ਹੈਗਾ 338 ਪੌਲੁਸ ਜੋ ਨਾ ਆਦਮੀਆਂ ਦੇ ਰਾਹੀਂ ਪਰਮੇਸ਼ਰ ਦਾ ਸੰਦੇਸ਼ ਵਾਹਕ ਠਹਿਰਾਇਆ ਗਿਆ ਅਤੇ ਨਾ ਹੀ ਮਨੁੱਖੀ ਸਾਧਨਾਂ ਦੇ ਰਾਹੀਂ, ਸਗੋਂ ਯਿਸੂ ਮਸੀਹ ਅਤੇ ਉਹਨਾਂ ਦੇ ਪਿਤਾ ਪਰਮੇਸ਼ਰ ਜਿਸ ਨੇ ਉਹਨਾਂ ਨੂੰ ਮੁਰਦਿਆਂ ਵਿੱਚੋਂ ਜਿੰਦਾ ਕੀਤਾ ਦੇ ਰਾਹੀਂ ਠਹਿਰਾਇਆ ਗਿਆ। ਅਤੇ ਉਹਨਾਂ ਸਭ ਭਰਾਵਾਂ ਦੇ ਵੱਲੋਂ ਜੋ ਮੇਰੇ ਨਾਲ ਹਨ, ਗਲਾਤੀਆਂ ਦੀ ਵਿਸ਼ਵਾਸ ਸੰਗਤਾਂ ਨੂੰ ਨਮਸਕਾਰ। ਸਾਡੇ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਦਾ ਦਾਨ ਮਿਲੇ। ਮਸੀਹ ਨੇ ਸਾਡੇ ਪਰਮੇਸ਼ਰ ਪਿਤਾ ਦੀ ਇੱਛਾ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਯੁੱਗ ਤੋਂ ਛੁਟਕਾਰਾ ਦੇਣ ਦੇ ਲਈ ਆਪਣੇ ਆਪ ਨੂੰ ਸਾਡੇ ਪਾਪਾਂ ਦੀ ਖਾਤਰ ਦੇ ਦਿੱਤਾ। ਪਰਮੇਸ਼ਰ ਦੀ ਮਹਿਮਾ ਅਨੰਤ ਕਾਲ ਤੱਕ ਹੋਵੇ, ਆਮੀਨ। ਇੱਕ ਹੀ ਸ਼ੁਭ ਸਮਾਚਾਰ। ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਤੁਸੀਂ ਕੁਝ ਹੀ ਸਮੇਂ ਵਿੱਚ ਪਰਮੇਸ਼ਰ ਵੱਲੋਂ ਮੂੰਹ ਮੋੜ ਕੇ, ਜਿਸ ਨੇ ਤੁਹਾਨੂੰ ਮਸੀਹ ਦੀ ਕਿਰਪਾ ਦੁਆਰਾ ਸੱਦਿਆ ਹੈ, ਕਿਸੇ ਦੂਜੇ ਹੀ ਸ਼ੁਭ ਸਮਾਚਾਰ ਵੱਲ ਮੂੰਹ ਮੋੜ ਰਹੇ ਹੋ। ਪਰ ਕੋਈ ਵੀ ਦੂਜਾ ਸ਼ੁਭ ਸਮਾਚਾਰ ਨਹੀਂ ਹੈ। ਹਾਂ, ਕੁਝ ਲੋਕ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮਸੀਹ ਦੇ ਸ਼ੁਭ ਸਮਾਚਾਰ ਨੂੰ ਬਦਲਣਾ ਚਾਹੁੰਦੇ ਹਨ। ਪਰ ਜੇਕਰ ਸਾਡੇ ਵਿੱਚੋਂ ਹੀ ਕੋਈ ਜਾਂ ਸਵਰਗ ਤੋਂ ਕੋਈ ਦੂਤ ਆ ਕੇ ਉਸ ਸ਼ੁਭ ਸਮਾਚਾਰ ਤੋਂ ਫਰਕ ਜੋ ਅਸੀਂ ਤੁਹਾਨੂੰ ਸੁਣਾਇਆ ਸੀ ਕੋਈ ਦੂਜਾ ਸਮਾਚਾਰ ਸੁਣਾਵੇ, ਤਾਂ ਉਹ ਸਰਾਪੀ ਠਹਿਰੇ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਹੈ, ਉਸੇ ਤਰ੍ਹਾਂ ਮੈਂ ਫਿਰ ਕਹਿੰਦਾ ਹਾਂ ਕਿ ਜੇਕਰ ਕੋਈ ਉਸ ਸ਼ੁਭ ਸਮਾਚਾਰ ਤੋਂ ਜੋ ਤੁਸੀਂ ਸਵੀਕਾਰ ਕੀਤਾ ਹੈ ਵੱਖਰਾ ਹੀ ਸ਼ੁਭ ਸਮਾਚਾਰ ਤੁਹਾਨੂੰ ਸੁਣਾਏ, ਤਾਂ ਉਹ ਸਰਾਪੀ ਠਹਿਰੇ। ਕਿ ਮੈਂ ਆਦਮੀਆਂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਰ ਦੀ, ਜਾਂ ਮੈਂ ਆਦਮੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇਕਰ ਇਹ ਸੱਚ ਹੈ ਤਾਂ ਫਿਰ ਮੈਂ ਮਸੀਹ ਦਾ ਦਾਸ ਨਹੀਂ ਹਾਂ। ਜਿੱਦਾਂ ਹੀ ਅਸੀਂ ਇਸ ਖਤ ਨੂੰ ਖੋਲਦੇ ਹਾਂ, ਜਿੱਦਾਂ ਹੀ ਅਸੀਂ ਇਸ ਗਲਤੀਆਂ ਦੇ ਪਹਿਲੇ ਭਾਵ ਨੂੰ ਖੋਲਦੇ ਹਾਂ, ਤੁਸੀਂ ਇੱਥੇ ਇੱਕ ਚੀਜ਼ ਦੇਖਦੇ ਹਾਂ ਕਿ ਇਸ ਫਰਸਟ੍ਰੇਸ਼ਨ। ਪੌਲੁਸ ਜਿਹੜਾ ਉਹ ਇੱਥੇ ਜਿਹੜੇ ਖਤ ਦੀ ਸ਼ੁਰੂਆਤ ਆ ਬੜੀ ਗੁੱਸੇ ਦੇ ਨਾਲ ਉਸਨੇ ਕੀਤੀ ਹੈ, ਔਰ ਇਸ ਦੇ ਬਹੁਤ ਸਾਰੇ ਕਾਰਨ। ਸਭ ਤੋਂ ਪਹਿਲਾਂ ਜਿਸ ਵੇਲੇ ਅਸੀਂ ਕੱਲ ਪ੍ਰਭੂ ਦਾ ਵਚਨ ਪੜ੍ਹਦੇ ਪਏ ਸੀ, ਅਸੀਂ 15ਵੇਂ ਭਾਵ ਦੇ ਵਿੱਚ ਮੀਟਿੰਗ ਪੜ੍ਹੀ ਸੀ, ਜਿਹੜੀ ਪਹਿਲੀ ਮੀਟਿੰਗ ਹੋਈ ਸੀਗੀ, ਜਿਸ ਦੇ ਵਿੱਚ ਉਹਨਾਂ ਨੇ ਇਹ ਦਿਖਾਇਆ ਸੀ ਸਾਨੂੰ ਕਿ ਜਿਹੜੇ ਲੋਕ ਮਸੀਹ ਦੇ ਵਿੱਚ ਆਏ ਆ ਔਰ ਉਹ ਦੂਸਰੀਆਂ ਕੌਮਾਂ ਤੋਂ ਆ, ਉਹਨਾਂ ਦੇ ਉੱਤੇ ਇਹ ਭਾਰ ਜਿਹੜਾ ਆ ਵਿਵਸਥਾ ਦਾ ਭਾਰ ਨਾ ਲੱਦਿਆ ਜਾਏ, ਇਹ ਸੁੰਨਤ ਦਾ ਭਾਰ ਉਹਨਾਂ ਤੇ ਨਾ ਲੱਦਿਆ ਜਾਏ। ਜਿਹੜੀ ਚੀਜ਼ ਅਸੀਂ ਆਪ ਹੀ ਨਹੀਂ ਰੱਖ ਸਕੇ, ਅਸੀਂ ਇਸ ਨੂੰ ਦੂਸਰਿਆਂ ਦੇ ਉੱਤੇ ਕਿਉਂ ਲੱਦ ਰਹੇ ਹਾਂ? ਔਰ ਅਸੀਂ ਉੱਥੇ ਦੇਖਿਆ ਸੀ ਕਿ ਸਭ ਤੋਂ ਜ਼ਿਆਦਾ, ਅਗਰ ਤੁਸੀਂ ਦੁਬਾਰਾ ਦੇਖਣਾ ਮੰਗੋ ਤੇ ਤੁਸੀਂ ਚੇਲਿਆਂ ਦੇ ਕਰਤੱਵ 15ਵਾਂ ਭਾਵ ਦੇਖ ਸਕਦੇ ਆ, ਲੇਕਿਨ ਮੈਂ ਇੱਥੇ ਸ਼ੋਰਟ ਰੱਖੂੰਗਾ ਇਹਨੂੰ, ਕਿਉਂਕਿ ਅੱਗੇ ਬਹੁਤ ਚੀਜ਼ਾਂ ਅੱਗੇ ਆ ਰਹੀਆਂ ਜਿਨ੍ਹਾਂ ਵੱਲ ਮੈਂ ਧਿਆਨ ਲੈ ਕੇ ਜਾਣਾ ਮੰਗਦਾ। ਉੱਥੇ ਫਰੀਸੀਆਂ, ਸਦੂਕੀਆਂ ਤੇ ਧਰਮ ਗ੍ਰੰਥੀਆਂ ਦਾ ਇੱਕ ਜਥਾ ਸੀ ਜਿਨ੍ਹਾਂ ਨੇ ਮਸੀਹ ਨੂੰ ਸਵੀਕਾਰ ਕਰ ਲਿਆ ਸੀ, ਕਿਉਂਕਿ ਉਹ ਲੇਵੀ ਦੇ ਕਬੀਲੇ ਤੋਂ ਸੀਗੇ। ਸੋ ਉਹਨਾਂ ਦੇ ਹੱਥਾਂ ਦੇ ਵਿੱਚ ਮੰਦਿਰ ਸੀ, ਔਰ ਜਿੰਨੇ ਵੀ ਬਾਕੀ ਦੇ ਜਗ੍ਹਾ ਦੇ ਉੱਤੇ ਸਿਨਾਗੋਗ ਸੀਗੇ, ਉਹ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਸੀ। ਔਰ ਜਿਸ ਤਰ੍ਹਾਂ ਕਿ ਅਸੀਂ ਗੁਰਦੁਆਰਾ ਕਹਿ ਦਿੰਦੇ ਹਾਂ, ਔਰ ਜਾਂ ਮੰਦਿਰ ਕਹਿ ਦਿੰਦੇ ਹਾਂ, ਜਾਂ ਚਰਚ ਕਹਿ ਦਿੰਦੇ ਹਾਂ, ਜਿਹੜੇ ਯਹੂਦੀ ਉਸਨੂੰ ਸਿਨਾਗੋਗ ਕਹਿੰਦੇ। ਔਰ ਜਿੱਥੇ ਜਿੱਥੇ ਉਹਨਾਂ ਦਾ ਉੱਥੇ ਰਾਜ ਸੀ ਪੱਕਾ। ਲੇਕਿਨ ਜਿਸ ਲਈ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਗਏ ਆ ਤੇ ਉਹ ਉਹੀ ਰਾਜ ਲੱਭਦੇ ਪਏ ਆ, ਔਰ ਜਿਸ ਵੇਲੇ ਉਹਨਾਂ ਨੂੰ ਨਹੀਂ ਮਿਲਿਆ ਤਾਂ ਉਹ ਇੱਕ ਤਰ੍ਹਾਂ ਦਾ ਉੱਥੇ ਹੀ ਉਹਨਾਂ ਨੇ ਦੂਜਾ ਜਥਾ ਆਪਣਾ ਬਣਾ ਲਿਆ। ਸੋ ਉਹ ਆਪ ਤਾਂ ਸਿੱਧੇ ਕਿਤੇ ਨਹੀਂ ਜਾਂਦੇ, ਲੇਕਿਨ ਉਹ ਪਿੱਛੇ ਪਿੱਛੇ ਜਾਂਦੇ ਆ। ਯਾਨੀ ਕਿ ਜਿਹੜੇ ਲੋਕ ਆਲਰੇਡੀ ਪ੍ਰਭੂ ਦੇ ਵਿੱਚ ਆ ਚੁੱਕੇ ਆ, ਉਹ ਸਿਰਫ ਉਹਨਾਂ ਦੇ ਕੋਲ ਜਾਂਦੇ। ਇਹੋ ਹੀ ਨਿਸ਼ਾਨੀ ਆ ਜਿਨ੍ਹਾਂ ਤੋਂ ਸਾਨੂੰ ਖਬਰਦਾਰ ਰਹਿਣ ਦੇ ਲਈ ਕਿਹਾ ਗਿਆ ਕਿ ਉਹ ਕਦੀ ਵੀ ਉਹ ਗੈਰ ਵਿਸ਼ਵਾਸੀ ਦੇ ਕੋਲ ਨਹੀਂ ਜਾਣਗੇ।
ਉਹ ਹਮੇਸ਼ਾ ਚਰਚਾਂ ਦੇ ਵਿੱਚ ਜਾਣਗੇ ਔਰ ਉੱਥੋਂ ਬੰਦੇ ਪੱਟਣਗੇ ਜਾਂ ਉਹਨਾਂ ਨੂੰ ਤੋੜਨਗੇ ਜਾਂ ਉਹਨਾਂ ਨੂੰ ਕੋਈ ਨਵੀਂ ਸਿੱਖਿਆ ਸਿਖਾਉਣਗੇ। ਫਿਰ ਇਸੇ ਤਰ੍ਹਾਂ ਹੋ ਰਿਹਾ, ਇਸ ਸਮੇਂ ਦੇ ਸ਼ੁਰੂ ਤੋਂ ਹੀ ਹੋ ਰਿਹਾ ਕਿ ਸੰਤ ਪੌਲ ਇਸ ਵੇਲੇ ਆਪਣੀ ਮਿਨਿਸਟਰੀ ਦੇ ਵਿੱਚ ਅੱਗੇ ਵੱਧਦਾ ਜਾ ਰਿਹਾ, ਕਿਉਂਕਿ ਪ੍ਰਭੂ ਨੇ ਉਸ ਨੂੰ ਮੈਸੇਡੋਨੀਆ ਦੇ ਲਈ ਚੁਣਿਆ ਔਰ ਉੱਥੇ ਜਾ ਕੇ ਉਸਨੇ ਪ੍ਰਭੂ ਦਾ ਵਚਨ ਸੁਣਾਉਣਾ। ਮੈਸੇਡੋਨੀਆ ਜਿਹੜਾ ਉਹ ਸਿਕੰਦਰ ਮਹਾਨ ਦੀ ਜਨਮ ਭੂਮੀ ਆ, ਔਰ ਉੱਥੇ ਦੇ ਲਈ ਪ੍ਰਭੂ ਨੇ ਉਸਨੂੰ ਚੁਣਿਆ, ਉੱਥੇ ਜਾ ਕੇ ਉਸਨੇ ਵਚਨ ਸੁਣਾਉਣਾ। ਲੇਕਿਨ ਇੱਥੇ ਉਹਨਾਂ ਨੇ ਪ੍ਰਭੂ ਦੇ ਬੰਦੇ ਦਾ ਜਿਹੜਾ ਵੀ ਉਸਨੇ ਨਿਯੁਕਤ ਕੀਤਾ, ਉਸਦੇ ਗਲ ਦੇ ਵਿੱਚ ਅੰਗੂਠਾ ਦਿੱਤਾ ਆ ਔਰ ਉਹ ਯਰੂਸ਼ਲਮ ਤੋਂ ਆ ਕੇ ਹੁਣ ਇੱਥੇ ਦੋ ਚੀਜ਼ਾਂ ਦੱਸਦੇ ਪਏ ਕਿ ਜਿਹੜਾ ਸੰਤ ਪੌਲ ਆ, ਇਹਨੂੰ ਯਿਸੂ ਨੇ ਨਹੀਂ ਚੁਣਿਆ। ਤੁਸੀਂ ਇਹਦੀ ਗੱਲ ਕਿਉਂ ਮੰਨਦੇ? ਔਰ ਦੂਸਰੀ ਚੀਜ਼ ਜਿਹੜੀ ਉਹ ਕਹਿ ਰਹੇ ਆ ਇੱਥੇ ਆ ਕੇ ਕਿ ਜਿਹੜਾ ਮੂਸਾ ਨੇ ਸਾਨੂੰ ਧਰਮ ਸ਼ਾਸਤਰ ਦਿੱਤਾ ਸੀ, ਉਸ ਦਾ ਮੰਨਣਾ ਪਹਿਲਾਂ ਜ਼ਰੂਰੀ ਹੈ। ਤੁਹਾਨੂੰ ਪਹਿਲਾਂ ਯਹੂਦੀ ਬਣਨਾ ਪੈਣਾ ਤੇ ਫਿਰ ਤੁਸੀਂ ਮਸੀਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਸਕਦੇ। ਤਾਂ ਸੰਤ ਪੌਲ ਨੇ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਜਿਹੜਾ ਸਵਾਲ ਉਹ ਉਠਾਲ ਰਹੇ ਸੀਗੇ ਕਿ ਜਿਹੜਾ ਪੌਲਸ ਆ, ਇਸ ਨੂੰ ਪ੍ਰਭੂ ਨੇ ਨਹੀਂ ਚੁਣਿਆ, ਉਸਨੇ ਸਭ ਤੋਂ ਪਹਿਲਾਂ ਉਹਦਾ ਜਵਾਬ ਦਿੱਤਾ। ਪਹਿਲੀ ਆਇਤ ਦੇ ਵਿੱਚ ਵੀ ਤੇ 10ਵੀਂ ਆਇਤ ਦੇ ਵਿੱਚ ਵੀ। ਪਹਿਲੀ ਆਇਤ ਦੇ ਵਿੱਚ ਸੰਤ ਪੌਲ ਨੇ ਲਿਖਿਆ, ਪੌਲਸ ਜੋ ਨਾ ਆਦਮੀਆਂ ਦੇ ਰਾਹੀਂ ਪਰਮੇਸ਼ਰ ਦਾ ਸੰਦੇਸ਼ਵਾਹਕ ਠਹਿਰਾਇਆ ਗਿਆ ਅਤੇ ਨਾ ਹੀ ਮਨੁੱਖੀ ਸਾਧਨਾ ਦੇ ਰਾਹੀਂ, ਸਗੋਂ ਯਿਸੂ ਮਸੀਹ ਅਤੇ ਉਹਨਾਂ ਦੇ ਪਿਤਾ ਪਰਮੇਸ਼ਰ ਜਿਸ ਨੇ ਉਹਨਾਂ ਨੂੰ ਮੁਰਦਿਆਂ ਦੇ ਵਿੱਚੋਂ ਜਿੰਦਾ ਕੀਤਾ ਦੇ ਰਾਹੀਂ ਠਹਿਰਾਇਆ ਗਿਆ, ਦੇ ਰਾਹੀਂ ਠਹਿਰਾਇਆ ਗਿਆ। ਔਰ 10ਵੀਂ ਆਇਤ ਉਸਨੇ ਕਿਹਾ, ਕਹਿੰਦਾ ਕੀ ਮੈਂ ਆਦਮੀਆਂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਵਰ ਦੀ? ਜਾਂ ਮੈਂ ਆਦਮੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇਕਰ ਇਹ ਸੱਚ ਹੈ ਤਾਂ ਮੈਂ ਮਸੀਹ ਦਾ ਦਾਸ ਨਹੀਂ ਹਾਂ। ਫਿਰ ਮੈਂ ਮਸੀਹ ਦਾ ਦਾਸ ਨਹੀਂ। ਗਮਾਲੀਅਲ ਜਿਹੜੀ ਯੂਨੀਵਰਸਿਟੀ ਉੱਥੇ ਚਲਾ ਰਿਹਾ, ਜਿੱਥੇ ਸਿਰਫ ਸਾਰੇ ਇਸਰਾਇਲ ਦੀ ਕਰੀਮ ਆਉਂਦੀ ਹੈ, ਕਰੀਮ ਆਫ ਦਾ ਕ੍ਰੌਪ ਪੜ੍ਹਨ ਆਉਂਦੀ ਹੈ, ਔਰ ਉਸ ਸਟੈਂਡਰਡ ਤੋਂ ਘੱਟ ਉਹ ਕਿਸੇ ਬੰਦੇ ਨੂੰ ਅਸੈਪਟ ਨਹੀਂ ਕਰਦਾ। ਉੱਥੇ ਉਸ ਯੂਨੀਵਰਸਿਟੀ ਦਾ ਨੈਕਸਟ ਹੈਡ ਜਿਹੜਾ ਬਣਨਾ ਸੀ, ਉਹ ਪੌਲਸ ਨੇ ਬਣਨਾ ਸੀ। ਉਹ ਪੌਲਸ ਨੇ ਬਣਨਾ ਸੀ। ਇਹ ਧਰਮ ਗ੍ਰੰਥੀ, ਜਿੱਦਾਂ ਤੁਸੀਂ ਇਹ ਕਹਿ ਲਓ ਕਿ ਰਾਗੀ, ਢਾਡੀ, ਪਾਠੀ, ਇਹਨਾਂ ਨੇ ਉਹਦੇ ਮੂਹਰੇ ਝੁੱਕ ਕੇ ਨੰਗਿਆ ਕਰਨਾ ਸੀ, ਉਹਦੀ ਗੱਲ ਨੂੰ ਮੰਨਣਾ ਸੀ ਇਹਨਾਂ ਨੇ। ਉਹਦਾ ਜਿਹੜਾ ਜਵਾਬ ਹਮੇਸ਼ਾ ਅਖੀਰ ਦੇ ਵਿੱਚ ਹੋਇਆ ਕਰਨਾ ਸੀ, ਜੋ ਇਹਨਾਂ ਨੂੰ ਮੰਨਣਾ ਪੈਣਾ ਸੀ। ਸੋ ਕਹਿੰਦਾ ਮੈਂ ਬੰਦਿਆਂ ਦੀ, ਜੇ ਮੈਂ ਬੰਦਿਆਂ ਦੀ ਕਰਨਾ ਮੰਗਦਾ ਮੈਂ ਉੱਥੇ ਹੀ ਹੋਣਾ ਸੀ। ਮੈਂ ਲੋਕਾਂ ਤੋਂ ਵਾਹ-ਵਾਹ ਨਹੀਂ ਕਰਾਉਣੀ ਮੰਗਦਾ, ਬਲਕਿ ਪ੍ਰਭੂ ਪਰਮੇਸ਼ਰ ਜਿਸ ਨੇ ਮੈਨੂੰ ਚੁਣਿਆ ਉਸ ਦੇ ਲਈ। ਆਓ ਇਸ ਦਾ ਅਜੀਬ ਚੁਣਾਵ ਜਿਹੜਾ ਉਸਨੇ ਕਿਹਾ ਕਿ ਪਰਮੇਸ਼ਰ ਨੇ ਮੈਨੂੰ ਚੁਣਿਆ ਔਰ ਵੱਖਰਾ ਕੀਤਾ, ਔਰ ਉਸਦੀ ਪਹਿਲੀ ਜ਼ਿੰਦਗੀ ਤੇ ਦੂਜੀ ਜ਼ਿੰਦਗੀ ਦੋਨੋਂ ਇਸ ਦੇ ਵਿੱਚ ਦਿਖਾਈ ਦੇਣਗੀਆਂ। ਆਓ ਮੇਰੇ ਨਾਲ ਤੁਸੀਂ ਕੱਢੋ 9ਵਾਂ ਭਾਗ ਚੇਲਿਆਂ ਦੀ ਕਿਤਾਬ ਦਾ, ਔਰ ਉਸ ਨੂੰ ਅਸੀਂ 1 ਤੋਂ ਲੈ ਕੇ 19 ਤੱਕ ਪਹਿਲਾਂ ਦੇਖਾਂਗੇ। ਪੰਨਾ ਹੈ 224, ਅਗਰ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਫਾਈਲਾਂ। ਜਿਸ ਨੂੰ ਮਿਲ ਜਾਏ ਉਹ ਉਸ ਨੂੰ ਪੜ੍ਹਦਾ। 9ਵਾਂ ਭਾਗ 1 ਤੋਂ 19। ਭਾਜੀ ਕਿਹੜਾ ਸੀ? ਪੰਨਾ ਹੈ ਜੀ 224, 9ਵਾਂ ਦੱਸ ਦੋ ਕਿਉਂਕਿ ਮੇਰੇ ਕੋਲ 9ਵਾਂ ਚੈਪਟਰ ਸਿਸਟਰ ਜੀ, ਚੇਲਿਆਂ ਦੀ ਕਿਤਾਬ 9ਵਾਂ। ਓਕੇ, ਥੈਂਕ ਯੂ। ਯਾ ਯੂ ਆਰ। ਸਾਊਲ ਦਾ ਮਨ ਬਦਲਣਾ। ਸਾਊਲ ਅਜੇ ਤੱਕ ਪ੍ਰਭੂ ਦੇ ਚੇਲਿਆਂ ਨੂੰ ਪੂਰੀ ਤਰ੍ਹਾਂ ਧਮਕਾਉਣ ਅਤੇ ਕਤਲ ਕਰਨ ਵਿੱਚ ਲੱਗਾ ਹੋਇਆ ਸੀ। ਉਹ ਮਹਾਪੁਰੋਹਿਤ ਕੋਲ ਗਿਆ ਅਤੇ ਦਮਿਸ਼ਕ ਦੇ ਪ੍ਰਾਰਥਨਾ ਘਰਾਂ ਦੇ ਨਾਂ ਪਰਵਾਨੇ ਮੰਗੇ ਕਿ ਜੇਕਰ ਉੱਥੇ ਇਸ ਪੰਥ ਦੇ ਮੰਨਣ ਵਾਲੇ ਉਸ ਨੂੰ ਮਿਲਣ
ਮਿਲਣ ਆਦਮੀ ਹੋਣ ਜਾਂ ਔਰਤ, ਉਹਨਾਂ ਨੂੰ ਗ੍ਰਿਫਤਾਰ ਕਰਕੇ ਯਰੂਸ਼ਲਮ ਵਿੱਚ ਲੈ ਆਏ। ਯਾਤਰਾ ਕਰਦੇ ਹੋਏ ਜਦੋਂ ਉਹ ਦਮਿਸ਼ਕ ਸ਼ਹਿਰ ਦੇ ਲਾਗੇ ਪਹੁੰਚਿਆ ਤਾਂ ਅਚਨਚੇਤ ਆਕਾਸ਼ ਤੋਂ ਇੱਕ ਤੇਜ ਉਸ ਦੇ ਇਰਦ ਗਿਰਦ ਚਮਕਿਆ। ਉਹ ਧਰਤੀ ਤੇ ਡਿੱਗ ਪਿਆ ਅਤੇ ਉਸਨੇ ਇੱਕ ਆਵਾਜ਼ ਸੁਣੀ ਜੋ ਉਸ ਨੂੰ ਇਹ ਕਹਿ ਰਹੀ ਸੀ, ਸਾਊਲ ਸਾਊਲ ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਸਾਊਲ ਨੇ ਪੁੱਛਿਆ, ਪ੍ਰਭੂ ਜੀ ਤੁਸੀਂ ਕੌਣ ਹੋ? ਆਵਾਜ਼ ਨੇ ਕਿਹਾ, ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈ। ਹੁਣ ਉੱਠ ਅਤੇ ਸ਼ਹਿਰ ਵਿੱਚ ਜਾ, ਉੱਥੇ ਤੈਨੂੰ ਦੱਸ ਦਿੱਤਾ ਜਾਵੇਗਾ ਕਿ ਤੈਨੂੰ ਕੀ ਕਰਨਾ ਚਾਹੀਦਾ ਹੈ। ਉਹ ਆਦਮੀ ਜਿਹੜੇ ਸਾਊਲ ਨਾਲ ਯਾਤਰਾ ਕਰ ਰਹੇ ਸਨ ਅਵਾਕ ਖੜੇ ਸਨ। ਉਹਨਾਂ ਆਵਾਜ਼ ਤਾਂ ਸੁਣੀ ਪਰ ਉਹ ਕਿਸੇ ਨੂੰ ਦੇਖ ਨਾ ਸਕੇ। ਸਾਊਲ ਨੇ ਧਰਤੀ ਤੋਂ ਉੱਠ ਕੇ ਅੱਖਾਂ ਖੋਲੀਆਂ ਪਰ ਉਹ ਕੁਝ ਦੇਖ ਨਾ ਸਕਿਆ। ਇਸ ਲਈ ਲੋਕੀ ਉਸ ਨੂੰ ਹੱਥ ਤੋਂ ਫੜ ਕੇ ਦਮਿਸ਼ਕ ਵਿੱਚ ਲੈ ਗਏ। 3 ਦਿਨਾਂ ਤੱਕ ਉਹ ਕੁਝ ਨਾ ਦੇਖ ਸਕਿਆ ਅਤੇ ਨਾ ਹੀ ਉਸ ਨੇ ਕੁਝ ਖਾਧਾ ਪੀਤਾ। ਅੱਗੇ ਪੜ੍ਹਨਾ ਪਾਸਟਰ ਜੀ? 19 ਤੱਕ ਸਿਸਟਰ ਜੀ। ਅੱਛਾ ਜੀ। ਥੋੜਾ ਜਿਹਾ ਨਾਲੇ ਉੱਚੀ ਬੋਲੋ, ਉੱਚੀ ਪੜੋ। ਦਮਿਸ਼ਕ ਵਿੱਚ ਹਨਾਨਿਯਾਹ ਨਾਂ ਦਾ ਇੱਕ ਚੇਲਾ ਸੀ। ਪ੍ਰਭੂ ਨੇ ਉਸ ਨੂੰ ਦਰਸ਼ਨ ਦੇ ਕੇ ਕਿਹਾ, ਹਨਾਨਿਯਾਹ। ਉਸ ਨੇ ਉੱਤਰ ਦਿੱਤਾ, ਮੈਂ ਹਾਜ਼ਰ ਹਾਂ ਪ੍ਰਭੂ। ਪ੍ਰਭੂ ਨੇ ਉਸ ਨੂੰ ਕਿਹਾ, ਉੱਠ ਅਤੇ ਉਸ ਗਲੀ ਵਿੱਚ ਜੋ ਸਿੱਧੀ ਅਖਵਾਉਂਦੀ ਹੈ ਜਾ ਅਤੇ ਯਹੂਦਾ ਦੇ ਘਰ ਵਿੱਚ ਤਰਸ਼ੀਸ਼ ਨਿਵਾਸੀ ਸਾਊਲ ਦਾ ਪਤਾ ਕਰ। ਉਹ ਪ੍ਰਾਰਥਨਾ ਕਰ ਰਿਹਾ ਸੀ। ਉਸਨੇ ਦਰਸ਼ਨ ਦੇਖਿਆ ਅਤੇ ਹਨਾਨਿਯਾਹ ਨਾਂ ਦੇ ਆਦਮੀ ਨੇ ਅੰਦਰ ਆ ਕੇ ਉਸ ਤੇ ਹੱਥ ਰੱਖਿਆ ਕਿ ਉਹ ਫਿਰ ਦ੍ਰਿਸ਼ਟੀ ਪ੍ਰਾਪਤ ਕਰੇ। ਹਨਾਨਿਯਾਹ ਨੇ ਉੱਤਰ ਦਿੱਤਾ, ਪ੍ਰਭੂ ਜੀ ਮੈਂ ਇਸ ਆਦਮੀ ਦੇ ਬਾਰੇ ਬਹੁਤਿਆਂ ਕੋਲੋਂ ਸੁਣਿਆ ਹੈ ਕਿ ਉਸ ਨੇ ਯਰੂਸ਼ਲਮ ਵਿੱਚ ਤੇਰੇ ਪਵਿੱਤਰ ਭਗਤਾਂ ਨੂੰ ਕਿਸ ਤਰ੍ਹਾਂ ਦੁੱਖ ਦਿੱਤੇ ਹਨ। ਉਸ ਨੂੰ ਮਹਾਂਪੁਰੋਹਿਤਾਂ ਤੋਂ ਅਧਿਕਾਰ ਮਿਲਿਆ ਹੈ ਕਿ ਇੱਥੇ ਜਿਹੜੇ ਤੇਰਾ ਨਾਂ ਲੈਂਦੇ ਹਨ ਉਹਨਾਂ ਨੂੰ ਗ੍ਰਿਫਤਾਰ ਕਰੇ। ਪਰ ਪ੍ਰਭੂ ਨੇ ਉਸ ਨੂੰ ਕਿਹਾ, ਜਾ, ਕਿਉਂਕਿ ਇਹ ਆਦਮੀ ਮੇਰਾ ਚੁਣਿਆ ਹੋਇਆ ਪਾਤਰ ਹੈ। ਉਹ ਮੇਰਾ ਨਾਂ ਦੂਜੀਆਂ ਕੌਮਾਂ, ਰਾਜਿਆਂ ਅਤੇ ਇਜ਼ਰਾਈਲ ਦੇ ਲੋਕਾਂ ਕੋਲ ਲੈ ਜਾਵੇਗਾ। ਮੈਂ ਉਸ ਨੂੰ ਦੱਸਾਂਗਾ ਕਿ ਉਸ ਨੇ ਮੇਰੇ ਨਾਂ ਦੇ ਲਈ ਕਿੰਨਾ ਦੁੱਖ ਸਹਿਣਾ ਹੈ। ਸੋ ਹਨਾਨਿਯਾਹ ਗਿਆ ਅਤੇ ਘਰ ਦੇ ਅੰਦਰ ਜਾ ਕੇ ਉਸ ਉੱਤੇ ਹੱਥ ਰੱਖ ਕੇ ਕਿਹਾ, ਭਰਾ ਸਾਊਲ, ਪ੍ਰਭੂ ਨੇ ਮੈਨੂੰ ਘੱਲਿਆ ਹੈ, ਅਰਥਾਤ ਯਿਸੂ ਨੇ, ਜਿਸ ਨੇ ਰਾਹ ਵਿੱਚ ਤੈਨੂੰ ਦਰਸ਼ਨ ਦਿੱਤਾ ਸੀ ਕਿ ਤੂੰ ਫਿਰ ਦੇਖਣ ਲੱਗੇ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ। ਤੁਰੰਤ ਹੀ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗੇ ਅਤੇ ਉਹ ਫਿਰ ਦੇਖਣ ਲੱਗ ਪਿਆ। ਇਸ ਦੇ ਪਿੱਛੋਂ ਉਸਨੇ ਖੜੇ ਹੋ ਕੇ ਬਪਤਿਸਮ ਲਿਆ ਅਤੇ ਭੋਜਨ ਕਰਕੇ ਬਲ ਪ੍ਰਾਪਤ ਕੀਤਾ। ਭੋਜਨ ਕਰਕੇ ਉਸਨੇ ਬਲ ਪ੍ਰਾਪਤ ਕੀਤਾ। ਇਸ ਵਚਨ ਨੂੰ ਧਿਆਨ ਦੇ ਨਾਲ ਦੇਖੋ। ਉਸਨੇ ਕਿਹਾ ਕਿ ਮੈਨੂੰ ਕਿਸੇ ਮਨੁੱਖ ਨੇ ਨਹੀਂ ਚੁਣਿਆ, ਮੈਨੂੰ ਪ੍ਰਭੂ ਨੇ ਆਪ ਚੁਣਿਆ ਔਰ ਉਸਨੇ ਮੈਨੂੰ ਆਪਣੇ ਲਈ ਵੱਖਰਾ ਕੀਤਾ। ਉਸ ਨੂੰ ਤਾਂ ਕਹਿਣ ਦੀ ਲੋੜ ਪਈ ਕਿ ਜਿਸਲੇ ਬਹੁਤੇ ਸਾਰੇ ਲੋਕ ਉਸਦੇ ਖਿਲਾਫ ਖੜੇ ਹੋ ਗਏ ਤਾਂ ਉਸਨੇ ਕਿਹਾ ਕਿ ਇਹ ਜੋ ਮੈਂ ਪ੍ਰਭੂ ਦਾ ਵਚਨ ਸੁਣਾ ਰਿਹਾ ਇਸ ਦੇ ਲਈ ਉਸਨੇ ਮੈਨੂੰ ਚੁਣਿਆ ਆ। ਔਰ ਇਸੇ ਹਿੱਸੇ ਦੇ ਵਿੱਚ ਅਸੀਂ ਸਾਊਲ ਦੇ 2 ਰੂਪ ਦੇਖਦੇ ਹਾਂ। ਇੱਕ ਜਿਸ ਵੇਲੇ ਉਹ ਉੱਥੋਂ ਪਰਵਾਨੇ ਲੈ ਕੇ, ਅਥਾਰਟੀ ਲੈ ਕੇ ਉੱਥੋਂ ਆ ਰਿਹਾ ਔਰ ਉਹ ਇੰਨੀ ਕਾਹਲੀ ਦੇ ਵਿੱਚ ਆ ਦਮਿਸ਼ਕ ਪਹੁੰਚਣ ਦੇ ਲਈ। ਦਮਿਸ਼ਕ ਹੈ ਡਮਾਸਕਸ, ਜਿਹੜਾ ਅੱਜ ਵੀ ਜਿਹੜਾ ਸੀਰੀਆ ਦੀ ਰਾਜਧਾਨੀ ਹੈ। ਸੋ ਉਹ ਇੰਨੀ ਕਾਹਲੀ ਦੇ ਵਿੱਚ ਆ ਕਿ ਉਹ ਸਾਰਿਆਂ ਤੋਂ ਅੱਗੇ 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 ਉਹ ਤੁਰਿਆ ਜਾ ਰਿਹਾ ਤੇ ਬਾਕੀ ਵਿਚਾਰੇ ਸਾਰੇ ਪਿੱਛੇ ਆ। ਔਰ ਇਤਿਹਾਸਕਾਰ ਸਾਨੂੰ ਇਹ ਵੀ ਦੱਸਦੇ ਕਿ ਉਸਨੇ ਆਰਾਮ ਦੇ ਲਈ ਵੀ ਉਹਨਾਂ ਨੂੰ ਰੁਕਣ ਨਹੀਂ ਦਿੰਦਾ ਪਿਆ, ਉਹ ਇੰਨੀ ਕਾਹਲੀ ਚ। ਔਰ ਜਿਸ ਵੇਲੇ ਉਹ ਉਸ ਜਗ੍ਹਾ ਤੇ ਪਹੁੰਚਾ ਜਿੱਥੇ ਪ੍ਰਭੂ ਨੇ ਉਸਨੂੰ ਦਰਸ਼ਨ ਦਿੱਤੇ ਤੇ ਜਿਹੜੇ ਵਿਚਾਰੇ ਪਿੱਛੇ ਤੁਰੇ ਆਉਂਦੇ ਸੀ, ਥੱਕੇ ਹੋ ਸਕੇ ਨਾ, ਉਹ ਵੀ ਖੜੇ ਅਵਾਕ ਰਹਿ ਗਏ, ਇਹ ਕੀ ਹੁੰਦਾ ਕੀ ਗਿਆ। ਉਹਨਾਂ ਨੂੰ ਆਵਾਜ਼ ਤਾਂ ਸੁਣੀ ਪਰ ਉਹਨਾਂ ਨੇ ਦੇਖਿਆ ਕਿਸੇ ਨੂੰ ਨਹੀਂ। ਲੇਕਿਨ ਸਾਊਲ ਨੇ ਮਨੁੱਖੀ ਅੱਖਾਂ ਦੇ ਨਾਲ ਜਿਉਂਦੇ ਪ੍ਰਭੂ ਨੂੰ ਦੇਖਿਆ। ਜਸਟ ਥਿੰਕ ਅਬਾਊਟ ਇਟ। ਸਰੀਰ ਦੇ ਵਾਲ ਖੜੇ ਹੁੰਦੇ,
ਸਾਊਲ ਨੇ ਜੋ ਪ੍ਰਭੂ ਦੀਆਂ ਲੋਕਾਂ ਨੂੰ ਤੰਗ ਕਰਦਾ ਪਿਆ, ਮਾਰਦਾ ਪਿਆ, 8ਵਾਂ ਭਾਵ ਦੱਸਦਾ ਕਤਲ ਕਰਨ ਦੇ ਵਿੱਚ ਲੱਗਾ ਹੋਇਆ ਸੀ। ਸਤਿਫਨਸ ਦਾ ਇਸਨੇ ਕਤਲ ਕਰਵਾਇਆ ਔਰ ਉਹ ਉੱਥੇ ਪ੍ਰਭੂ ਦੇ ਦਰਸ਼ਨ ਕਰ ਲਿਆ ਔਰ ਪ੍ਰਭੂ ਨੇ ਉਸਨੂੰ ਕਿਹਾ ਕਿ ਤੂੰ ਮੈਨੂੰ ਕਿਉਂ ਸਤਾਉਣਾ ਪਿਆ? ਉਸਨੇ ਕਿਹਾ ਪ੍ਰਭੂ ਜੀ ਤੁਸੀਂ ਕੌਣ ਹੋ? ਆਵਾਜ਼ ਨੇ ਕਿਹਾ ਮੈਂ ਯਿਸੂ ਹਾਂ। ਜਾ ਹੁਣ ਤੈਨੂੰ ਦੱਸ ਦਿੱਤਾ ਜਾਏਗਾ ਤੈਨੂੰ ਤੂੰ ਕੀ ਕਰਨਾ। ਅੱਗੇ ਤੋਂ ਉੱਥੇ ਪ੍ਰਵਾਨੇ ਲੈ ਕੇ ਆਇਆ ਸੀ ਨਾ, ਉਹਨਾਂ ਨੂੰ ਦੱਸਿਆ ਸੀ ਕਿ ਮੈਂ ਕੀ ਕਰਨ ਜਾ ਰਿਹਾ। ਉਸਨੇ ਉਹਦੀ ਜਿਹੜੀ ਮੈਂ ਸੀਗੀ ਨਾ, ਉਹ ਜਿਹੜਾ ਪੰਜਾਬੀ ਚ ਬਹੁਤ ਸੋਹਣਾ ਕਹਿੰਦੇ ਜਿਹੜਾ ਧੌਣ ਚ ਸਰੀਆ ਦਿੱਤਾ ਸੀ ਉਹਨੇ ਆਪਣੀ ਚ, ਪ੍ਰਭੂ ਯਿਸੂ ਮਸੀਹ ਨੇ ਕੱਢ ਕੇ ਰੱਖ ਦਿੱਤਾ ਕਿ ਹੁਣ ਤੈਨੂੰ ਦੱਸਿਆ ਜਾਏਗਾ ਕਿ ਤੂੰ ਕੀ ਕਰਨਾ। ਸੋ ਜਿਹੜੇ ਨਾਲ ਆਏ ਸੀਗੇ ਉਸਨੂੰ ਫੜ ਕੇ ਉੱਥੇ ਲੈ ਗਏ। ਉਸਨੇ ਨਾ ਕੁਝ ਖਾਧਾ ਨਾ ਕੁਝ ਪੀਤਾ। ਔਰ ਜਿਹੜੇ ਉੱਥੇ ਦੇ ਲੋਕ ਆ ਉਹ ਜਿਹੜੇ ਮਸੀਹੀ ਲੋਕ ਆ ਦਮਿਸ਼ਕ ਦੇ, ਉਹ ਬਹੁਤ ਡਰੇ ਪਏ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਆ ਰਿਹਾ ਔਰ ਜੋ ਕੁਛ ਨੇ ਜਰੂਸਲਮ ਦੇ ਵਿੱਚ ਕੀਤਾ ਉਹ ਇਸਨੇ ਇੱਥੇ ਆ ਕੇ ਵੀ ਕਰਨਾ ਹੈ। ਸੋ ਪ੍ਰਭੂ ਨੇ ਦਰਸ਼ਨ ਦੇ ਕੇ, ਦੇਖੋ 2 ਦਰਸ਼ਨ ਆ ਇੱਥੇ। ਪ੍ਰਭੂ ਨੇ ਦਰਸ਼ਨ ਦੇ ਕੇ ਹਨਨਿਆ ਨੂੰ ਕਿਹਾ ਕਿ ਹਨਨਿਆ, ਔਰ ਉਸਨੇ ਉੱਤਰ ਦਿੱਤਾ ਮੈਂ ਹਾਜ਼ਰ ਹਾਂ ਪ੍ਰਭੂ ਜੀ। ਪ੍ਰਭੂ ਨੇ ਕਿਹਾ ਉੱਠ ਅਤੇ ਉਸ ਗਲੀ ਦੇ ਵਿੱਚ ਜਾ ਜੋ ਸਿੱਧੀ ਅੱਖੋਂ ਆਉਂਦੀ ਹੈ, ਜਾ ਕੇ ਯਹੂਦਾ ਦੇ ਘਰ ਦੇ ਵਿੱਚ ਤਰਾਸ਼ੀਸ਼ ਨਿਵਾਸੀ ਸਾਊਲ ਦਾ ਪਤਾ ਕਰ, ਉਹ ਪ੍ਰਾਰਥਨਾ ਕਰ ਰਿਹਾ ਹੈ। ਉਸਨੇ ਦਰਸ਼ਨ ਦੇਖਿਆ ਕਿ ਹਨਨਿਆ ਨਾਂ ਦਾ ਇੱਕ ਆਦਮੀ ਅੰਦਰ ਆ ਕੇ ਉਸਦੇ ਉੱਤੇ ਹੱਥ ਰੱਖਿਆ ਹੈ ਅਤੇ ਉਸਨੂੰ ਫਿਰ ਦ੍ਰਿਸ਼ਟੀ ਪ੍ਰਾਪਤ ਹੋਈ ਹੈ। ਲੇਕਿਨ ਹਨਨਿਆ ਨੇ ਕੀ ਕਿਹਾ? ਹਨਨਿਆ ਨੇ ਕਿਹਾ, ਉੱਤਰ ਦਿੱਤਾ ਪ੍ਰਭੂ ਜੀ ਮੈਂ ਉਸ ਆਦਮੀ ਦੇ ਬਾਰੇ ਬਹੁਤ ਤੇਰੇ ਕੋਲੋਂ ਸੁਣਿਆ ਹੈ ਕਿ ਉਸਨੇ ਜਰੂਸਲਮ ਵਿੱਚ ਤੇਰੇ ਪਵਿੱਤਰ ਭਗਤਾਂ ਨੂੰ ਕਿਸ ਤਰ੍ਹਾਂ ਦੁੱਖ ਦਿੱਤੇ ਹਨ। ਉਸਨੂੰ ਮਹਾਪੁਰੋਹਿਤਾਂ ਤੋਂ ਅਧਿਕਾਰ ਮਿਲਿਆ ਹੈ ਕਿ ਇੱਥੇ ਜਿਹੜੇ ਤੇਰਾ ਨਾਂ ਲੈਂਦੇ ਹਨ ਉਹਨਾਂ ਨੂੰ ਗ੍ਰਿਫਤਾਰ ਕਰ। ਹਨਨਿਆ ਦੀ ਹਿਸਟਰੀ ਵੀ ਬਹੁਤ ਪਿਆਰੀ ਹੈ। ਪ੍ਰਭੂ ਯਿਸੂ ਮਸੀਹ ਨੇ ਇਸ ਦੇ ਵਿੱਚੋਂ ਪੂਰੇ ਦਾ ਪੂਰਾ ਲਸ਼ਕਰ ਕੱਢਿਆ ਸੀ ਬੁਰੀਆਂ ਆਤਮਾਵਾਂ ਦਾ। ਇਹ ਵਿਚਾਰਾ ਕਬਰਾਂ ਦੇ ਵਿੱਚ ਜਾ ਕੇ ਰਹਿੰਦਾ ਸੀ, ਲੋਕ ਇਹਦੇ ਕੱਪੜੇ ਪਾਉਂਦੇ, ਸਾਰਾ ਕੁਝ ਕਰਦੇ ਸੀ, ਇਹਨੂੰ ਸੰਗਲਾਂ ਦੇ ਨਾਲ ਬੰਨ੍ਹਦੇ ਸੀਗੇ, ਇਹ ਸਭ ਕੁਝ ਤੜਾ ਲੈਂਦਾ ਸੀ। ਲੇਕਿਨ ਜਦ ਪ੍ਰਭੂ ਨੇ ਇਸ ਨੂੰ ਜ਼ਿੰਦਗੀ ਨੂੰ ਧੋਤਾ ਔਰ ਸਾਫ਼ ਕੀਤਾ ਔਰ ਇਹਨੂੰ ਬਰਕਤ ਦਿੱਤੀ ਤੇ ਇਸਨੇ ਕਿਹਾ ਮੈਂ ਤੇਰੇ ਨਾਲ ਜਾਵਾਂ। ਉਸਨੇ ਕਿਹਾ ਨਹੀਂ, ਤੂੰ ਆਪਣੇ ਘਰ ਜਾ ਔਰ ਜਾ ਕੇ ਦੱਸ ਪ੍ਰਭੂ ਨੇ ਤੇਰੇ ਲਈ ਕੀ ਕੀਤਾ। ਤੇ ਉੱਥੋਂ ਸਾਨੂੰ ਇਹ ਪਤਾ ਲੱਗਦਾ ਕਿ ਉਹ 10 ਸ਼ਹਿਰਾਂ ਦੇ ਵਿੱਚ ਚਲਾ ਗਿਆ। 10 ਸ਼ਹਿਰਾਂ ਨੂੰ ਦਮਿਸ਼ਕ ਦਾ ਜਿਹੜਾ ਦੂਜਾ ਮਤਲਬ ਆ ਉਹ ਹੈ 10 ਸ਼ਹਿਰ। 10 ਸ਼ਹਿਰਾਂ ਦਾ ਇੱਕ ਸ਼ਹਿਰ ਬਣਿਆ ਦਮਿਸ਼ਕ। ਉੱਥੇ ਜਾ ਕੇ ਉਸਨੇ ਪ੍ਰਚਾਰ ਕੀਤਾ ਔਰ ਜਿਹੜੀ ਸੰਗਤ ਹੈ ਇਸ ਵੇਲੇ ਉਹ ਉਸ ਪ੍ਰਚਾਰ ਦੇ ਕਾਰਨ ਸੰਗਤ, ਔਰ ਉਹ ਇਹ ਕਹਿ ਰਿਹਾ ਕਿ ਜਿੱਦਾਂ ਇਸਨੇ ਉੱਥੇ ਦੁੱਖ ਦਿੱਤੇ ਆ ਇੱਥੇ ਵੀ ਦੁੱਖ ਦੇਣ ਆ ਰਿਹਾ। ਲੇਕਿਨ ਉਸਨੂੰ ਜਿਹੜਾ ਪ੍ਰਭੂ ਨੇ ਉਸਨੂੰ ਜਿਹੜਾ ਉੱਤਰ ਦਿੱਤਾ, ਉਸਨੂੰ ਉੱਤਰ ਮਿਲਿਆ 15ਵੀਂ ਆਇਤ ਦੇਖੋ। ਪਰ ਪ੍ਰਭੂ ਨੇ ਉਸਨੂੰ ਕਿਹਾ ਜਾ, ਕਿਉਂਕਿ ਇਹ ਆਦਮੀ ਮੇਰਾ ਚੁਣਿਆ ਹੋਇਆ ਪਾਤਰ ਹੈ, ਇਹ ਮੇਰਾ ਚੁਣਿਆ ਹੋਇਆ ਹਥਿਆਰ ਹੈ। ਉਹ ਮੇਰਾ ਨਾਂ ਦੂਜੀਆਂ ਕੌਮਾਂ, ਰਾਜਿਆਂ ਅਤੇ ਇਜ਼ਰਾਈਲ ਦੇ ਲੋਕਾਂ ਦੇ ਕੋਲ ਲੈ ਜਾਵੇਗਾ। ਮੈਂ ਉਸਨੂੰ ਦੱਸਾਂਗਾ ਕਿ ਮੇਰੇ ਨਾਂ ਦੀ ਖਾਤਰ ਉਸਨੇ ਕਿੰਨਾ ਦੁੱਖ ਸਹਿਣਾ ਹੈ। ਦੁੱਖ ਹੁਣ ਉਸਨੂੰ ਉਹਦੇ ਕੈਰੈਕਟਰ ਦੀ ਜਿਹੜੀ ਸੱਚਾਈ ਆ ਇੱਥੋਂ ਪਤਾ ਲੱਗਦੀ ਹੈ। ਕੋਈ ਵੀ ਆਦਮੀ ਦੁੱਖ ਸਹਿਣ ਦੇ ਲਈ ਨਹੀਂ ਜਾਂਦਾ। ਹਰ ਇੱਕ ਇਨਸਾਨ ਪ੍ਰਭੂ ਦੇ ਕੋਲੋਂ ਆਰਾਮ, ਸ਼ਾਂਤੀ ਔਰ ਪ੍ਰਭੂ ਦੀਆਂ ਬਰਕਤਾਂ ਮੰਗਦਾ, ਔਰ ਇਸ ਦੇ ਕੋਲ ਸਾਰੀਆਂ ਬਰਕਤਾਂ ਹੈਗੀਆਂ। ਸੈਕੰਡ ਇਨ ਕਮਾਨ ਆ, ਹਰ ਇੱਕ ਚੀਜ਼ ਇਸ ਦੇ ਕੋਲ ਆ, ਨੌਲੇਜ ਆ, ਬੁੱਧੀ ਆ,
ਬਿਨਯਾਮੀਨ ਦੇ ਕਬੀਲੇ ਦਾ ਹੈ। ਉਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਦੁੱਖ ਸਵੀਕਾਰ ਕਰਨ ਜਾ ਰਿਹਾ ਯਿਸੂ ਦੇ ਨਾਂ ਦੀ ਖਾਤਰ, ਦੁੱਖ ਸਵੀਕਾਰ ਕਰਨ ਜਾ ਰਿਹਾ। ਔਰ ਕਈ ਵਾਰੀ ਦੁੱਖਾਂ ਦੇ ਵਿੱਚੋਂ ਜਿਹੜੀਆਂ ਵਸਤਾਂ ਮਿਲਦੀਆਂ, ਜਿਹੜੀਆਂ ਸੁੱਖਾਂ ਚੋਂ ਮਿਲਦੀਆਂ, ਉਹ ਮੇਰੇ ਆਪਣੇ ਲਈ ਹੁੰਦੀਆਂ, ਪਰ ਜੋ ਕੁਝ ਦੁੱਖਾਂ ਦੇ ਵਿੱਚ ਪ੍ਰਭੂ ਦਿੰਦਾ ਉਹ ਸਾਰੀ ਦੁਨੀਆ ਲਈ ਹੁੰਦਾ, ਉਹ ਸਾਰੀ ਦੁਨੀਆ ਦੇ ਲਈ ਹੁੰਦਾ। ਬਸ ਦੁੱਖ ਤੋਂ ਬਗੈਰ ਜਨਮ ਨਹੀਂ ਦੇ ਹੁੰਦਾ, ਦੁੱਖ ਜਨਮ ਦਿੰਦੇ ਆ। ਇਹ ਉਹਨਾਂ ਦੁੱਖਾਂ ਨੂੰ ਸਵੀਕਾਰ ਕਰਨ ਜਾ ਰਿਹਾ, ਔਰ ਪ੍ਰਭੂ ਦੀ ਰਹਿਮ ਦੇ ਨਾਲ ਇਸ ਬੰਦੇ ਦੇ ਰਾਹੀਂ ਅਸੀਂ ਪ੍ਰਭੂ ਦਾ ਉਹ ਸ਼ਬਦ ਸਾਨੂੰ ਮਿਲੇ ਆ ਜਿਨ੍ਹਾਂ ਨੂੰ ਅਸੀਂ ਪਿਛਲੇ ਆਲਮੋਸਟ 3 ਮਹੀਨਿਆਂ ਤੋਂ ਸਟੱਡੀ ਕਰਦੇ ਪਏ, ਨਹੀਂ 6 ਮਹੀਨਿਆਂ ਤੋਂ ਸਟੱਡੀ ਕਰਦੇ ਪਏ। ਇਹ ਦੁੱਖਾਂ ਦੇ ਵਿੱਚੋਂ ਪੈਦਾ ਹੋਈਆਂ ਚੀਜ਼ਾਂ। ਜਿਸ ਵੇਲੇ ਅਸੀਂ ਹੁਣ ਪ੍ਰਭੂ ਦੇ ਵਚਨ ਦੇ ਵਿੱਚ ਆਉਣੇ ਆ ਤੇ ਉਸਨੇ ਹਨਾਨੀਆਂ ਨੇ ਉਸਦੇ ਉੱਤੇ ਹੱਥ ਰੱਖਿਆ ਔਰ ਉਸ ਨੂੰ ਬਰਕਤ ਦਿੱਤੀ ਹੈ ਕਿ ਭਰਾ ਸਾਊਲ, ਪ੍ਰਭੂ ਨੇ ਮੈਨੂੰ ਘੱਲਿਆ ਹੈ, ਅਰਥਾਤ ਯਿਸੂ ਨੇ, ਜਿਸ ਨੇ ਰਾਹ ਦੇ ਵਿੱਚ ਤੈਨੂੰ ਦਰਸ਼ਨ ਦਿੱਤਾ ਸੀ ਕਿ ਤੂੰ ਫਿਰ ਦੇਖਣ ਲੱਗੇਂਗਾ ਤੇ ਪਵਿੱਤਰ ਆਤਮਾ ਨਾਲ ਭਰ ਜਾਏ। ਤੁਰੰਤ ਹੀ ਉਸਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗ ਪਏ, ਉਹ ਫਿਰ ਦੇਖਣ ਲੱਗਾ। ਇਸ ਦੇ ਪਿੱਛੇ ਉਸਨੇ ਖੜੇ ਹੋ ਕੇ ਬਪਤਿਸਮਾ ਲਿਆ ਅਤੇ ਭੋਜਨ ਕਰਕੇ ਬਲ ਪ੍ਰਾਪਤ ਕੀਤਾ। ਔਰ ਜਿੱਦਾਂ ਹੀ ਉਸਨੇ ਬਲ ਪ੍ਰਾਪਤ ਕੀਤਾ, ਉਦਾਂ ਹੀ ਉਸਨੇ ਪ੍ਰਚਾਰ ਸ਼ੁਰੂ ਕਰ ਦਿੱਤਾ। ਔਰ ਇੱਥੋਂ ਅਸੀਂ ਹੁਣ ਕਾਰਨ 2-3 ਕਾਰਨ ਦੇਖਾਂਗੇ ਕਿ ਕਿਉਂ ਚੇਲੇ ਵੀ ਉਸਨੂੰ ਪਰੇ ਕਰਦੇ ਪਏ ਆਪਣੇ ਤੋਂ। ਔਰ ਅਸੀਂ ਆਲਰੇਡੀ ਦੇਖਿਆ ਕਿ ਸਦੂਕੀ, ਫਰੀਸੀ ਜਿਹੜੇ ਲੋਕ ਜਿਹਨਾਂ ਦਾ ਮੰਦਿਰ ਤੇ ਕਬਜ਼ਾ ਸੀ, ਉਹਨਾਂ ਨੇ ਤਾਂ ਕਰਨਾ ਹੀ ਕਰਨਾ, ਕਿਉਂਕਿ ਉਹ ਤਾਂ ਮੰਦਿਰ ਦੇ ਵਿੱਚ ਆਪਣੀ ਜਗ੍ਹਾ ਲੱਭਦੇ ਪਏ, ਉਹ ਦੁਆਰਾ ਆਪਣੀ ਉਹੀ ਚੀਜ਼ਾਂ ਲੱਭਦੇ ਪਏ ਆ। ਹੁਣ ਆਓ ਅਸੀਂ ਦੇਖੀਏ 20 ਆਇਤ ਤੋਂ ਲੈ ਕੇ ਸਾਊਲ ਦਾ ਦਮਿਸ਼ਕ ਦੇ ਵਿੱਚ ਪ੍ਰਚਾਰ ਕਰਨਾ, ਉੱਥੋਂ ਲੈ ਕੇ ਤੇ ਹੁਣ ਅਸੀਂ ਇਸ ਨੂੰ 31 ਆਇਤ ਤੱਕ ਦੇਖਾਂਗੇ। ਮੈਂ ਪੜ੍ਹਦੇ ਮਾਸਟਰ ਜੀ। ਹਾਂਜੀ ਹਾਂਜੀ। ਸਾਊਲ ਦਾ ਦਮਿਸ਼ਕ ਵਿੱਚ ਪ੍ਰਚਾਰ ਕਰਨਾ। ਫਿਰ ਸਾਊਲ ਦਮਿਸ਼ਕ ਵਿੱਚ ਚੇਲਿਆਂ ਦੇ ਨਾਲ ਕੁਝ ਦਿਨ ਰਿਹਾ। ਉਹ ਤੁਰੰਤ ਹੀ ਪ੍ਰਾਰਥਨਾ ਘਰਾਂ ਵਿੱਚ ਜਾ ਕੇ ਯਿਸੂ ਦਾ ਪ੍ਰਚਾਰ ਕਰਨ ਲੱਗਾ। ਉਹ ਪਰਮੇਸ਼ਰ ਦਾ ਪੁੱਤਰ ਹੈ। ਇਸ ਤੇ ਸਾਰੇ ਸੁਣਨ ਵਾਲੇ ਹੈਰਾਨ ਹੋ ਕੇ ਕਹਿਣ ਲੱਗੇ ਕਿ ਇਹ ਉਹੀ ਆਦਮੀ ਹੈ ਜੋ ਯਰੂਸ਼ਲਮ ਵਿੱਚ ਇਸ ਨਾਂ ਦੇ ਲੈਣ ਵਾਲਿਆਂ ਦਾ ਨਾਸ਼ ਕਰ ਰਿਹਾ ਸੀ, ਅਤੇ ਇੱਥੇ ਵੀ ਇਸ ਆਸੇ ਨਾਲ ਆਇਆ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਹਾਪੁਰੋਹਿਤਾਂ ਕੋਲ ਲੈ ਜਾਵੇ। ਪਰ ਇਸ ਤੋਂ ਸਾਊਲ ਨੂੰ ਹੋਰ ਬਲ ਮਿਲਿਆ ਤੇ ਇਸ ਗੱਲ ਦਾ ਸਬੂਤ ਦਿੰਦੇ ਹੋਏ ਯਿਸੂ ਹੀ ਮਸੀਹ ਹੈ, ਦਮਿਸ਼ਕ ਦੇ ਰਹਿਣ ਵਾਲਿਆਂ ਨੂੰ ਲਾਜਵਾਬ ਕਰ ਦਿੱਤਾ। ਸਾਊਲ ਦਾ ਯਹੂਦੀਆਂ ਤੋਂ ਬਚ ਨਿਕਲਣਾ। ਕੁਝ ਦਿਨਾਂ ਦੇ ਪਿੱਛੋਂ ਯਹੂਦੀਆਂ ਨੇ ਮਿਲ ਕੇ ਸਾਊਲ ਨੂੰ ਮਾਰਨ ਦੀ ਵਿਉਂਤ ਬਣਾਈ, ਪਰ ਉਸ ਨੂੰ ਉਹਨਾਂ ਦੀ ਵਿਉਂਤ ਦਾ ਪਤਾ ਲੱਗ ਗਿਆ। ਯਹੂਦੀ ਰਾਤ ਦਿਨ ਦਰਵਾਜ਼ਿਆਂ ਦੀ ਦੇਖਭਾਲ ਕਰ ਰਹੇ ਸਨ ਕਿ ਉਸ ਨੂੰ ਮਾਰ ਦੇਣ, ਪਰ ਸਾਊਲ ਦੇ ਸਾਥੀਆਂ ਅਰਥਾਤ ਚੇਲਿਆਂ ਨੇ ਉਸ ਨੂੰ ਟੋਕਰੇ ਵਿੱਚ ਬਿਠਾਲ ਕੇ ਰਾਤ ਦੇ ਵੇਲੇ 4 ਦੀਵਾਰੀ ਤੋਂ ਥੱਲੇ ਤਾਰ ਦਿੱਤਾ। ਸਾਊਲ ਯਰੂਸ਼ਲਮ ਵਿੱਚ। ਜਦੋਂ ਸਾਊਲ ਯਰੂਸ਼ਲਮ ਵਿੱਚ ਪਹੁੰਚ ਗਿਆ ਤਾਂ ਉਸਨੇ ਚੇਲਿਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਲੋਕੀ ਉਸ ਤੋਂ ਡਰਦੇ ਸਨ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਵੀ ਚੇਲਾ ਬਣ ਗਿਆ ਹੈ। ਪਰ ਬਰਨਬਸ ਉਸ ਨੂੰ ਪ੍ਰਮੁੱਖ ਚੇਲਿਆਂ ਦੇ ਕੋਲ ਲੈ ਗਿਆ। ਉਸਨੇ ਉਹ ਸਭ ਦੱਸਿਆ ਕਿ ਸਾਊਲ ਨੇ ਕਿਸ ਤਰ੍ਹਾਂ ਰਾਹ ਵਿੱਚ ਪ੍ਰਭੂ ਦੇ ਦਰਸ਼ਨ ਕੀਤੇ ਹਨ ਅਤੇ ਪ੍ਰਭੂ ਉਸ ਨਾਲ ਬੋਲਿਆ ਹੈ। ਉਸਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਸਨੇ ਦਮਸ਼ਕ ਵਿੱਚ ਦਲੇਰੀ ਨਾਲ ਪ੍ਰਭੂ ਦੇ ਨਾਂ ਦਾ ਪ੍ਰਚਾਰ ਕੀਤਾ ਹੈ। ਸੋ ਸਾਊਲ ਉਹਨਾਂ ਨਾਲ ਰਿਹਾ। ਉਹ ਯਰੂਸ਼ਲਮ ਵਿੱਚ ਘੁੰਮ ਫਿਰ ਕੇ ਦਲੇਰੀ ਨਾਲ ਪ੍ਰਭੂ ਦਾ ਨਾਂ ਦਾ ਪ੍ਰਚਾਰ ਕਰਨ ਲੱਗਾ। ਉਹ ਜਨਾਨੀ ਭਾਸ਼ਾ ਯਹੂਦੀਆਂ ਨਾਲ ਬੋਲਦਾ ਸੀ ਤੇ ਬਹਿਸ ਮੁਬਾਹਸਾ ਕਰਦਾ ਸੀ, ਇਸ ਲਈ ਉਹ ਲੋਕੀ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵਿੱਚ ਸਨ। ਪਰ ਜਦੋਂ ਭਰਾਵਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਕੈਸਰਿਆ ਵਿੱਚ ਲੈ ਗਏ ਤੇ ਤਰਸ਼ੀਸ਼ ਨੂੰ ਘੱਲ ਦਿੱਤਾ। ਇਸ ਤਰ੍ਹਾਂ ਸਾਰੇ ਯਹੂਦੀਆ, ਗਲੀਲ ਅਤੇ ਸਾਮਰਿਆ ਵਿੱਚ ਵਿਸ਼ਵਾਸ ਸੰਗਤ ਨੂੰ ਸ਼ਾਂਤੀ ਮਿਲੀ। ਪ੍ਰਭੂ ਦੇ ਭੈ ਵਿੱਚ ਸੰਗਤ ਦੀ ਉਸਾਰੀ ਅਤੇ ਵਾਧਾ ਹੋ ਰਿਹਾ ਸੀ। ਉਹ ਪਵਿੱਤਰ ਆਤਮਾ ਦੀ ਮਦਦ ਨਾਲ ਬਸ ਇੱਥੇ ਤੱਕ ਦੇਖੋ। ਇਹਦੇ ਵਿੱਚ ਜਿਹੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਬਹੁਤ ਪਿਆਰੀਆਂ ਨਿੱਕੀਆਂ ਚੀਜ਼ਾਂ ਆ, ਪਰ ਉਹ ਤੋਂ ਬੜੀ ਬਰਕਤ ਮਿਲਦੀ ਹੈ। ਪਹਿਲਾ ਹਿੱਸਾ ਕਿ ਜਿੱਦਾਂ ਹੀ ਸਾਊਲ ਮੁੜ ਕੇ ਪੈਰਾਂ ਦੇ ਉੱਤੇ ਆਇਆ ਤੇ ਉਸਨੇ ਯਹੂਦੀਆਂ ਦੇ
ਉਸਨੇ ਜਿਹੜੇ ਉੱਥੇ ਆਲਰੇਡੀ ਮਸੀਹੀ ਲੋਕ ਆ ਉਹਨਾਂ ਦੇ ਵਿੱਚ ਬੈਠ ਕੇ ਪ੍ਰਚਾਰ ਨਹੀਂ ਉਹਨੇ ਕੀਤਾ, ਬਲਕਿ ਜਿਹੜੇ ਯਹੂਦੀਆਂ ਦੇ ਸਿਨਾਗੋਗ ਆ ਉਹ ਸਾਰੇ ਵੱਡੇ ਸ਼ਹਿਰ ਦੇ ਵਿੱਚ, ਕਿਉਂਕਿ 10 ਸ਼ਹਿਰਾਂ ਦਾ ਇੱਕ ਸ਼ਹਿਰ ਆ ਉਹਦੇ ਚ ਜਗ੍ਹਾ ਜਗ੍ਹਾ ਯਹੂਦੀਆਂ ਦੇ ਸਿਨਾਗੋਗਸ ਆ, ਉਹਨਾਂ ਦੇ ਮੰਦਿਰ ਆ, ਉੱਥੇ ਜਾ ਕੇ ਉਹ ਪ੍ਰਚਾਰ ਕਰਦਾ। ਔਰ ਉਹ ਲੋਕ ਜਿਹੜੇ ਘਰੋਂ ਡਾਂਗਾ ਤੇ ਰੱਸੇ ਲੈ ਕੇ ਆਏ ਹੋ ਆ ਕਿ ਇਹਦੀ ਮਦਦ ਦੇ ਨਾਲ ਅਸੀਂ ਮਸੀਹੀਆਂ ਨੂੰ ਬੰਨਣਾ ਤੇ ਉਹਨਾਂ ਨੂੰ ਘੜੀਸ ਕੇ ਇਹਨੇ ਲੈ ਕੇ ਜਾਣਾ ਆ, ਉਹ ਕਹਿੰਦੇ ਇਹ ਪਾਗਲ ਹੋ ਗਿਆ। ਔਰ ਫਿਰ ਜਿਸਲੇ ਉੱਥੇ ਦੇ ਜਿਹੜੇ ਫਰੀਸੀ ਆ ਜਾਂ ਸਦੂਕੀ ਜਿਹੜਾ ਵੀ ਉੱਥੇ ਬੈਠਾ ਜਾਂ ਧਰਮ ਗਿਆਨੀ ਉੱਥੇ ਬੈਠਾ, ਤਿੰਨਾਂ ਚੋਂ ਕੋਈ ਵੀ, ਉਸਨੇ ਬਹਿਸ ਕੀਤੀ ਆ, ਲੇਕਿਨ ਉਹ ਉਸਦੀ ਬਹਿਸ ਉਹ ਹਰੇਕ ਨੂੰ ਲਾਜਵਾਬ ਕਰਦਾ ਜਾ ਰਿਹਾ ਸੀ। ਤਾਂ ਉਹਨਾਂ ਨੇ ਕਿਹਾ ਕਿ ਹੁਣ ਇਹਨੂੰ ਮਾਰ ਦਿੱਤਾ ਜਾਏ। 100 ਗੱਲਾਂ ਦੀ ਇੱਕੋ ਗੱਲ, ਇਹਨੂੰ ਮਾਰਨਾ ਜ਼ਰੂਰੀ ਹੈ। ਔਰ ਜਿਸ ਵੇਲੇ ਉਹਨਾਂ ਨੇ ਮਾਰਨ ਦੀ ਵਿਉਂਤ ਬਣਾਈ ਤਾਂ ਉਹ ਪਤਾ ਲੱਗ ਗਿਆ, ਜਿਹੜੇ ਉੱਥੇ ਮਸੀਹੀ ਲੋਕ ਸੀ ਉਹਨਾਂ ਨੂੰ ਪਤਾ ਲੱਗ ਗਈ ਗੱਲ। ਸੋ ਉਹਨਾਂ ਨੇ ਸਾਰੇ ਦਰਵਾਜ਼ੇ ਮਾਰ ਲਏ ਤੇ ਉਹਨਾਂ ਨੇ ਰਾਤ ਨੂੰ ਕੰਧ ਦੇ ਦੂਸਰੇ ਪਾਸੇ ਦੀ ਟੋਕਰੇ 'ਚ ਬਿਠਾ ਕੇ ਉਹਨੂੰ ਥੱਲੇ ਉਤਾਰ ਦਿੱਤਾ। ਔਰ ਬਾਰਨਾਬਾਸ ਉਸ ਨੂੰ ਲੈ ਕੇ ਯਰੂਸ਼ਲਮ ਦੇ ਵਿੱਚ ਚਲਾ ਗਿਆ। ਔਰ ਉੱਥੇ ਜਾ ਕੇ ਜਿਹੜੇ ਚੇਲੇ ਸੀਗੇ ਹੁਣ ਉਹ ਡਰੇ ਪਏ ਆ। ਇਹਨੇ ਤਾਂ ਇੱਥੇ ਇੰਨੀ ਭਗਦੜ ਮਚਾਈ ਹੋ ਸੀਗੀ, ਸਾਡਾ ਸਾਰਾ ਰਹਿਣਾ ਇਹਨੇ ਹਰਾਮ ਕੀਤਾ ਸੀ। ਸਾਰੇ ਮਸੀਹੀਆਂ ਨੂੰ ਇੱਥੋਂ ਭੱਜਣਾ ਪਿਆ, ਕੋਈ ਸਾਮਰੀਆ ਦੇ ਵਿੱਚ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਇਹਦੇ ਕਰਕੇ। ਤੇ ਇਹ ਹੁਣ ਸਾਡਾ ਗਰੁੱਪ ਦਾ ਬੰਦਾ ਬਣ ਗਿਆ। ਤੇ ਬਾਰਨਾਬਾਸ ਨੇ ਉਹਨਾਂ ਨੂੰ ਸਮਝਾਇਆ ਬੁਝਾਇਆ ਕਿ ਦੇਖੋ, ਉਹ ਲੋਕ ਉਸਨੂੰ ਸਵੀਕਾਰ ਨਹੀਂ ਕਰਦੇ ਪਏ, ਚੇਲੇ ਉਸਨੂੰ ਸਵੀਕਾਰ ਨਹੀਂ ਕਰਦੇ ਪਏ, ਲੇਕਿਨ ਬਾਰਨਾਬਾਸ ਨੇ ਉਹਨਾਂ ਨੂੰ ਸਮਝਾਇਆ ਬੁਝਾਇਆ ਕਿ ਦੇਖੋ, ਪ੍ਰਭੂ ਨੇ ਉਸਨੂੰ ਦਰਸ਼ਨ ਦਿੱਤਾ ਹੈ ਔਰ ਜਿਹੜਾ ਕੰਮ ਉਸਨੇ ਉੱਥੇ ਕੀਤਾ ਉਹ ਵੀ ਸਾਰਾ ਉਹਨਾਂ ਨੂੰ ਦੱਸਿਆ। ਔਰ ਉਹਨਾਂ ਨੂੰ ਦੱਸਿਆ ਕਿ ਉਹ ਬਹੁਤ ਐਕਸਾਈਟਡ ਆ ਔਰ ਇਹ ਸਮਾਂ ਆ। ਸੋ ਉਹਨਾਂ ਨੇ ਕਿਹਾ ਕਿ ਅੱਛਾ, ਹਾਲੇ ਤੱਕ ਕੋਈ ਇਸ ਚੀਜ਼ ਦੇ ਬਾਰੇ ਗੱਲਬਾਤ ਹੀ ਕਰਦੇ ਪਏ ਆ। ਤੇ ਸਾਊਲ ਨੇ ਘੁੰਮ ਫਿਰ ਕੇ ਬੜੀ ਦਲੇਰੀ ਦੇ ਨਾਲ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਚੀਜ਼ ਇੱਥੇ ਨੋਟ ਕਰਨ ਵਾਲੀ ਆ, ਜਿਹੜੀ ਮੇਨ ਚੀਜ਼, ਉਹ ਦੇਖੋ ਕੀ ਆ। ਮੇਰੇ ਨਾਲ 20ਵੀਂ ਅਜੋ 28 ਤੇ 29 ਆਇਤ ਪੜ੍ਹਦੇ। ਸੋ ਸਾਊਲ ਉਹਨਾਂ ਦੇ ਨਾਲ ਰਿਹਾ, ਉਹ ਯਰੂਸ਼ਲਮ ਦੇ ਵਿੱਚ ਘੁੰਮ ਫਿਰ ਕੇ ਦਲੇਰੀ ਦੇ ਨਾਲ ਪ੍ਰਭੂ ਦੇ ਨਾਂ ਦਾ ਪ੍ਰਚਾਰ ਕਰਨ ਲੱਗਾ। ਉਹ ਯੂਨਾਨੀ ਭਾਸ਼ੀ ਯਹੂਦੀਆਂ ਨਾਲ ਬੋਲਦਾ, ਬਹਿਸ ਮੁਹਾਵਸਾ ਕਰਦਾ। ਇਸ ਲਈ ਉਹ ਲੋਕੀ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵਿੱਚ ਸਨ। ਬਹੁਤ ਸਾਰੇ ਯਹੂਦੀਆਂ ਦੇ ਬੱਚੇ, ਜਿੱਦਾਂ ਇੱਥੇ ਸਾਡੇ ਬੱਚੇ ਇੰਗਲਿਸ਼ ਬੋਲਦੇ ਆ, ਰੋਮ ਦਾ ਰਾਜ ਸੀ, ਉਹਨਾਂ ਦੀ ਮੇਨ ਲੈਂਗੁਏਜ ਉਹ ਜਿਹੜੀ ਸੀਗੀ ਉਹ ਯੂਨਾਨੀ ਭਾਸ਼ਾ ਸੀ, ਗ੍ਰੀਕ ਸੀਗੀ। ਸੋ ਉਹ ਕਿਉਂਕਿ ਉਹ ਉਸ ਲੈਂਗੁਏਜ ਦੇ ਵਿੱਚ ਵੀ ਪਰਫੈਕਟ ਸੀਗਾ, ਤਾਰਸਸ ਦੇ ਵਿੱਚ ਪੈਦਾ ਹੋਇਆ ਸੀਗਾ ਔਰ ਉਹਦਾ ਪਿਓ, ਉਹਦੇ ਬਾਪ ਦੇ ਕੋਲ ਯੂਨਾਨ ਦੀ ਜਿਹੜੀ ਸਿਟੀਜ਼ਨਸ਼ਿਪ ਸੀਗੀ, ਰੋਮ ਦੀ ਸਿਟੀਜ਼ਨਸ਼ਿਪ ਸੀ। ਔਰ ਉੱਥੇ ਉਹਨੇ ਉਹਨਾਂ ਬੱਚਿਆਂ ਨੂੰ ਫੜਿਆ ਜਿਹੜੇ ਯੂਨਾਨੀ ਜਾਣਦੇ ਸੀ, ਜਿਨ੍ਹਾਂ ਨੂੰ ਆਪਣੀ ਭਾਸ਼ਾ ਘੱਟ ਆਉਂਦੀ ਸੀ, ਯੂਨਾਨੀ ਜ਼ਿਆਦਾ ਆਉਂਦੀ ਸੀ। ਜਿਸ ਤਰ੍ਹਾਂ ਸਾਡੇ ਇੱਥੇ ਬੱਚੇ ਆ, ਉਹਨਾਂ ਨੂੰ ਇੰਗਲਿਸ਼ ਆਉਂਦੀ ਹੈ ਤੇ ਬਹੁਤੀ ਚੀਜ਼ ਸਾਡੀ ਦੱਸੀ ਉਹਨਾਂ ਨੂੰ ਸਮਝ ਨਹੀਂ ਆਉਂਦੀ, ਲੇਕਿਨ ਪ੍ਰਭੂ ਨੇ ਇੱਕ ਨਵਾਂ ਦਰਵਾਜ਼ਾ ਖੋਲ ਦਿੱਤਾ। ਉਹ ਬੇਸ਼ੱਕ ਇੱਥੇ ਉਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇ ਪਏ, ਬਿਕਾਜ਼ ਥੀਸ ਆਰ ਦ ਬਿਗਨਿੰਗ ਡੇਜ਼, ਲੇਕਿਨ ਪੌਲ ਦੀ ਮਿਨਿਸਟਰੀ ਦੇ ਰਾਹੀਂ ਬਹੁਤ ਸਾਰੇ ਯਹੂਦੀ ਜਿਹੜੇ ਬੱਚੇ ਜਿਹੜੇ ਯੂਨਾਨੀ ਬੋਲਦੇ ਸੀ ਉਹ ਪ੍ਰਭੂ ਦੇ ਕੋਲ ਆਏ। ਔਰ ਉਹਨਾਂ ਨੇ ਫਿਰ ਹਾਰ ਕੇ ਕੀ ਕੀਤਾ ਕਿ ਮੁੜ ਕੇ ਹੁਣ ਸਾਡੇ ਲਈ ਦੂਜੇ ਪਾਸੇ ਮੁਸੀਬਤ ਖੜੀ ਕਰਨ ਜਾ ਰਿਹਾ। ਉਹਨੂੰ ਕਹਿਤਾ ਕਿ ਤੂੰ ਏਦਾਂ ਕਰਕੇ ਤੂੰ ਤਰਾਸ਼ੀਸ਼ ਜਿੱਥੇ ਤੂੰ ਪੈਦਾ ਹੋਇਆ ਸੀ ਨਾ, ਉੱਥੇ ਚੱਲ ਜਾ। ਉਹਨੂੰ ਘੱਲ ਦਿੱਤਾ। ਔਰ 31ਵੀਂ ਆਇਤ ਬਹੁਤ ਸੋਹਣੀ, ਪ੍ਰਭੂ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ। ਕਹਿੰਦਾ ਇਸੇ ਤਰ੍ਹਾਂ ਸਾਰੇ ਯਹੂਦੀਆ, ਗਲੀਲ, ਸਾਮਰੀਆ ਵਿੱਚ ਵਿਸ਼ਵਾਸ ਸੰਗਤ ਨੂੰ ਸ਼ਾਂਤੀ ਮਿਲੀ। ਤੇ ਪ੍ਰਭੂ ਨੇ ਇੱਕ ਬੰਦਾ ਜਿਹੜਾ ਸਾਨੂੰ ਸਾਰਿਆਂ ਨੂੰ ਮਾਰਨਾ ਮੰਗਦਾ ਸੀ, ਉਸਨੂੰ ਪ੍ਰਭੂ ਨੇ ਜਿੱਤ ਲਿਆ। ਹੁਣ ਉਹ ਆਰਾਮ ਦੇ ਨਾਲ ਔਰ ਪਵਿੱਤਰ ਆਤਮਾ ਦੀ ਮਦਦ ਦੇ ਨਾਲ ਵੱਧ ਫੁੱਲ ਰਹੇ ਸੀ। ਸੋ ਇਸ ਕਰਕੇ ਜਿਹੜੀ ਪਹਿਲੀ ਆਇਤ ਆ
ਉਸਨੂੰ ਅਗਰ ਅਸੀਂ ਦੁਆਰਾ ਦੇਖੀਏ, ਜਿਸ ਲਈ ਅਸੀਂ ਗਲਤੀਆਂ ਦੇ ਵਿੱਚ ਆਉਂਦੇ ਹਾਂ, ਅਗਰ ਪਹਿਲੀ ਆਇਤ ਨੂੰ ਦੁਆਰਾ ਦੇਖੀਏ ਤਾਂ ਜਿਹੜੇ ਈਵਨ ਚੇਲੇ ਵੀ ਕਹਿੰਦੇ ਪਏ ਹੈਗੇ ਆ ਕਿ ਨਹੀਂ, ਇਹ ਚੇਲਾ ਨਹੀਂਗਾ, ਅਸੀਂ ਚੇਲੇ ਹਾਂ। ਔਰ ਆਪਣੇ ਲਈ ਉਹਨਾਂ ਨੇ ਇੱਕ ਮਤੀਆ ਨਾਂ ਦਾ ਚੇਲਾ ਹੋਰ 12ਵਾਂ ਬਣਾ ਲਿਆ ਸੀਗਾ। ਪਰ ਪ੍ਰਭੂ ਦੀ ਅੱਖ ਮਤੀਆ ਤੇ ਨਹੀਂ ਲੱਗੀ ਹੋਈ ਸੀ, ਪ੍ਰਭੂ ਦੀ ਅੱਖ ਸਾਊਲ ਦੇ ਉੱਤੇ ਲੱਗੀ ਹੋਈ ਸੀ। ਸੋ ਸਾਊਲ ਦਾ ਜਿਹੜਾ ਨਾਂ ਸੀ ਬਦਲ ਕੇ ਪ੍ਰਭੂ ਨੇ ਬਾਅਦ ਦੇ ਵਿੱਚ ਇਹਦਾ ਨਾਮ ਪੌਲਸ ਬਣ ਗਿਆ ਸੀਗਾ। ਸੇਮ ਬੰਦਾ, ਸਾਊਲ ਪੌਲ ਆਫ ਟਾਰਸਸ ਜਿਹੜੇ ਦਾ ਨਾਂ ਲਿਆ ਜਾਂਦਾ ਤੇ ਇਸ ਤਰ੍ਹਾਂ ਲਿਆ ਜਾਂਦਾ। ਸੋ ਇਸ ਕਰਕੇ ਉਹ ਕਹਿ ਰਿਹਾ, ਨਾ ਤਾਂ ਮੈਂ ਆਦਮੀਆਂ ਦੇ ਰਾਹੀਂ ਪਰਮੇਸ਼ਵਰ ਦਾ ਸੰਦੇਸ਼ ਵਾਹਕ ਠਹਿਰਾਇਆ ਗਿਆ ਹਾਂ, ਨਾ ਮਨੁੱਖੀ ਸਾਧਨਾਂ ਦੇ ਰਾਹੀਂ, ਨਾ ਮਨੁੱਖੀ ਸਾਧਨਾਂ ਦੇ ਰਾਹੀਂ, ਕਿਉਂਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਮਤੀਆ ਚੁਣਿਆ ਸੀ। ਪਰ ਸਗੋਂ ਯਿਸੂ ਮਸੀਹ ਅਤੇ ਉਹਨਾਂ ਦੇ ਪਿਤਾ ਪਰਮੇਸ਼ਵਰ, ਜਿਸ ਨੇ ਉਹਨਾਂ ਨੂੰ ਮੁਰਦਿਆਂ ਦੇ ਵਿੱਚੋਂ ਜਿੰਦਾ ਕੀਤਾ ਹੈ, ਦੇ ਰਾਹੀਂ ਠਹਿਰਾਇਆ ਗਿਆ ਹਾਂ। ਅਤੇ ਉਹਨਾਂ ਸਭ ਭਰਾਵਾਂ ਦੇ ਵੱਲੋਂ ਜੋ ਮੇਰੇ ਨਾਲ ਹਨ, ਗਲਤੀਆਂ ਦੀ ਵਿਸ਼ਵਾਸ ਸੰਗਤ ਨੂੰ ਨਮਸਕਾਰ। ਔਰ ਉਸ ਤੋਂ ਬਾਅਦ ਓਪਨਿੰਗ ਪ੍ਰੇਅਰ ਜਿਹੜੀ ਉਹਦੀ ਤੀਸਰੀ ਔਰ ਚੌਥੀ ਆਇਤ ਦੇ ਵਿੱਚ ਅਸੀਂ ਦੇਖਦੇ ਪਏ ਹਾਂ। ਸਾਡੇ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਔਰ ਤੇ ਸ਼ਾਂਤੀ ਦਾ ਦਾਨ ਮਿਲੇ। ਮਸੀਹ ਨੇ ਸਾਡੇ ਪਰਮੇਸ਼ਰ ਪਿਤਾ ਦੀ ਇੱਛਾ ਅਨੁਸਾਰ ਸਾਨੂੰ ਇਸ ਵਰਤਮਾਨ ਯੁੱਗ ਦੇ ਵਿੱਚ ਛੁਟਕਾਰਾ ਦੇਣ ਦੇ ਲਈ ਆਪਣੇ ਆਪ ਨੂੰ ਸਾਡੇ ਪਾਪਾਂ ਦੀ ਖਾਤਰ ਦੇ ਦਿੱਤਾ। ਪਰਮੇਸ਼ਰ ਦੀ ਮਹਿਮਾ ਅਨੰਤ ਕਾਲ ਤੱਕ ਹੋਵੇ, ਆਮੀਨ। ਇਹ ਆਇਤਾਂ ਅਸੀਂ ਬਾਰ-ਬਾਰ ਖੋਲਣੀਆਂ, ਹਾਲੇ ਤੱਕ ਇਸ ਨੇ ਬਹੁਤ ਵਾਰੀ ਇਹ ਆਇਤਾਂ ਯੂਜ਼ ਕਰਨੀਆਂ। ਸੋ ਇੱਥੇ ਐਜ਼ ਅ ਪ੍ਰੇਅਰ ਅਸੀਂ ਇਸ ਚੀਜ਼ ਨੂੰ ਦੇਖਦੇ ਪਏ ਹਾਂ। ਉਸਨੇ ਦੁਆ ਦਿੱਤੀ, ਉਹਨਾਂ ਨੂੰ ਬਰਕਤ ਦਿੱਤੀ ਹੈ। ਸੋ ਕਿਹੜਿਆਂ ਲੋਕਾਂ ਨੂੰ ਇਹ ਖਤ ਜਾ ਰਿਹਾ, ਸਭ ਤੋਂ ਪਹਿਲਾਂ ਤਾਂ ਇਹ ਦੇਖਣ ਵਾਲੀ ਚੀਜ਼ ਹੈ। ਅਸੀਂ ਜਿਸਲੇ ਕੱਲ ਇਸ ਦੀ ਓਪਨਿੰਗ ਦੇਖੀ ਸੀਗੀ, ਅਸੀਂ ਉਸ ਦੇ ਵਿੱਚ ਇਹ ਦੇਖਿਆ ਸੀਗਾ ਕਿ ਉੱਥੇ ਸਭ ਤੋਂ ਪਹਿਲਾਂ ਲੁਦੀਆ ਤੇ ਉਸਦਾ ਪਰਿਵਾਰ ਬਚਾਇਆ ਗਿਆ। ਨਾ ਉਹ ਪਰਿਵਾਰ ਏਦਾਂ ਨਹੀਂ ਸੀ ਜਿੱਦਾਂ ਸਾਡੇ ਪਰਿਵਾਰ ਆ ਕਿ ਹਮ ਦੋ ਹਮਾਰੇ ਦੋ। ਉੱਥੇ ਪਰਿਵਾਰ ਏਦਾਂ ਨਹੀਂ ਗਿਣਿਆ ਜਾਂਦਾ ਸੀ। ਜਿਹੜਾ ਲੀਡ ਪਰਿਵਾਰ ਦਾ ਹੁੰਦਾ ਸੀ, ਉਹਦੇ ਥੱਲੇ ਸਾਰੇ ਉਹਦੇ ਭਰਾ, ਚਾਚੇ, ਤਾਏ ਸਭ ਵਿੱਚ ਹੀ ਆਉਂਦੇ ਸੀ। ਸੋ ਜਿਸ ਲਈ ਅਸੀਂ ਪਰਿਵਾਰ ਦੀ ਗੱਲ ਕਰਦੇ ਹਾਂ ਨਾ, ਕਿਸੇ ਦੇ ਪਰਿਵਾਰ ਦੀ ਗੱਲ ਕਰਦੇ ਹਾਂ, ਇਟਸ ਅ ਬਿਗ ਰੇਂਜ, ਵੱਡਾ ਪਰਿਵਾਰ। ਸੋ ਲੁਦੀਆ ਤੇ ਉਸਦਾ ਪਰਿਵਾਰ, ਉਹ ਬੱਚੀ ਜਿਸ ਦੇ ਉੱਤੇ ਆਤਮਿਕ ਛਾਇਆ ਸੀਗੀ ਤੇ ਉਹ ਪੁੱਛਾਂ ਦਿੰਦੀ ਸੀਗੀ, ਉਹ ਹੋਵੇਗੀ ਇਹਨਾਂ ਦੇ ਨਾਲ। ਔਰ ਉਸ ਤੋਂ ਬਾਅਦ ਜਿਹੜਾ ਉੱਥੇ ਦਾ ਜੇਲਰ ਆ, ਉਸਦਾ ਸਾਰਾ ਪਰਿਵਾਰ ਉਹ ਆ। ਔਰ ਉਸ ਤੋਂ ਬਾਅਦ ਜਿਹੜੀ ਉੱਥੇ ਜੇਲ੍ਹ ਦੇ ਵਿੱਚ ਕੈਦੀ ਆ, ਜਿਨ੍ਹਾਂ ਨੇ ਪ੍ਰਭੂ ਦਾ ਇੱਕ ਮਹਾਨ ਮਿਰਾਕਲ ਦੇਖਿਆ ਕਿ ਭੁਚਾਲ ਤਾਂ ਆਇਆ, ਪਰ ਉਸਨੇ ਸਿਰਫ ਸੰਗਲ ਖੋਲੇ ਆ, ਦਰਵਾਜ਼ੇ ਖੋਲੇ ਆ, ਕੁਛ ਹੋਰ ਢੱਠਾ ਨਹੀਂ, ਕੁਛ ਹੋਰ ਨਹੀਂ ਹੋਇਆ। ਔਰ ਅਸੀਂ ਕੱਲ ਭੁਚਾਲ ਵੀ ਦੇਖਿਆ ਸੀ ਕਿ ਉਹ ਭੁਚਾਲ ਕਿੱਦਾਂ ਦਾ ਭੁਚਾਲ ਸੀ ਕਿ ਪ੍ਰਭੂ ਦਾ ਫਰਿਸ਼ਤਾ ਆਇਆ ਔਰ ਜਿਸ ਲਈ ਉਸਨੇ ਧਰਤੀ ਤੇ ਪੈਰ ਰੱਖਿਆ, ਧਰਤੀ ਹਿੱਲ ਗਈ। ਲੇਕਿਨ ਆਪਣਾ ਉਸਨੇ ਕੰਮ ਕੀਤਾ। ਜਿਸ ਤਰ੍ਹਾਂ ਉਸਨੇ ਆ ਕੇ ਯਿਸੂ ਮਸੀਹ ਦੀ ਕਬਰ ਦੇ ਮੋਹਰਿਓਂ ਪੱਥਰ ਹਟਾਇਆ ਸੀ ਔਰ ਕਬਰ ਦੇ ਉੱਤੇ ਬੈਠ ਗਿਆ ਸੀ, ਉਸੇ ਤਰ੍ਹਾਂ ਉਸਨੇ ਸਿਰਫ ਜਿੰਨਾ ਉਸਨੂੰ ਹੁਕਮ ਮਿਲਿਆ ਸੀ, ਉਸਨੇ ਓਨਾ ਆਪਣਾ ਪੂਰਾ ਕੀਤਾ। ਔਰ ਉਹਨਾਂ ਕੈਦੀਆਂ ਨੇ ਉਹ ਚੀਜ਼ ਦੇਖੀ। ਸੋ ਉਹ ਕੈਦੀ, ਇਹ ਚਰਚਾ ਉੱਥੇ ਦੀ। ਔਰ ਉਸ ਤੋਂ ਬਾਅਦ ਪੌਲ ਦੇ ਜਾਣ ਤੋਂ ਬਾਅਦ ਜਿਹੜੇ ਪ੍ਰਭੂ ਹੋਰ ਉਹਨਾਂ ਦੇ ਵਿੱਚ ਪ੍ਰਭੂ ਨੇ ਐਡ ਕੀਤੇ ਆ, ਉਹ ਲੋਕ ਆ, ਉਹਨਾਂ ਨੂੰ ਇਹ ਖਤ ਜਾ ਰਿਹਾ। ਲੇਕਿਨ ਹੁਣ ਗੱਲ ਆ ਗਈ ਸ਼ੁਭ ਸਮਾਚਾਰ ਦੀ। ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ। ਅਗਰ ਤੁਹਾਡੇ ਕੋਲ ਕਾਪੀ ਪੈਨ ਹੈਗਾ ਆ ਤਾਂ ਗੁੱਡ ਆ, ਨਹੀਂ ਤਾਂ ਤੁਸੀਂ ਇਸ ਨੂੰ ਦੁਬਾਰਾ ਦੇਖ ਕੇ ਇਹ ਜਿਹੜੇ ਵਚਨ ਦੇ ਤੁਹਾਨੂੰ ਮੈਂ ਹਿੱਸੇ ਦੇਣ ਜਾ ਰਹੇ ਹਾਂ, ਇਹ ਬਹੁਤ ਜ਼ਰੂਰੀ ਹਿੱਸੇ ਆ ਕਿ ਸ਼ੁਭ ਸਮਾਚਾਰ ਹੈ ਕੀ। ਅਸੀਂ ਜਿਹੜੇ ਲੋਕ ਗਲਤ ਸਮਾਚਾਰ ਸਾਨੂੰ ਦਿੰਦੇ, ਅਸੀਂ ਉਸ ਨੂੰ ਨਹੀਂ ਦੇਖਣਾ, ਅਸੀਂ ਸਿਰਫ ਜਿਹੜਾ ਸਹੀ ਆ ਉਸ ਨੂੰ ਦੇਖਣਾ ਕਿ ਸ਼ੁਭ ਸਮਾਚਾਰ ਕੀ ਆ। ਔਰ ਜਿਹੜਾ ਜਿਸ ਨੇ ਸਾਨੂੰ ਮੁਕਤੀ ਦਿੱਤੀ ਆ, ਸ਼ਾਂਤੀ ਦਿੱਤੀ ਆ, ਪ੍ਰਭੂ ਦੀ ਹਜ਼ੂਰੀ ਇੱਥੇ ਸਾਡੇ ਨਾਲ ਦਿੱਤੀ ਆ ਕਿ ਜਿੰਨੀ ਦੇਰ ਅਸੀਂ ਇਸ ਧਰਤੀ ਤੇ ਰਹਿਣਾ, ਪ੍ਰਭੂ ਦੀ ਹਜ਼ੂਰੀ ਸਾਡੇ ਨਾਲ ਰਹਿਣੀ ਆ। ਔਰ ਜਿਸ ਲਈ
ਅਸੀਂ ਇਸ ਧਰਤੀ ਤੋਂ ਜਾਣਾ ਤੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਅਸੀਂ ਆਪ ਹੋਣਾ। ਕਿਹੜਾ ਸ਼ੁਭ ਸਮਾਚਾਰ ਜਿਸ ਦੀ ਉਹ ਗੱਲ ਕਰਦਾ ਪਿਆ? ਕਿਉਂਕਿ ਉਸਨੇ ਕਿਹਾ ਕਿ ਜਿਹੜਾ ਸ਼ੁਭ ਸਮਾਚਾਰ ਤੁਹਾਨੂੰ ਮੈਂ ਸੁਣਾਇਆ ਆ, ਅਗਰ ਉਸ ਤੋਂ ਅਲੱਗ ਕੋਈ ਹੋਰ ਸੁਣਾ ਰਿਹਾ ਤਾਂ ਉਹ ਸ਼ਰਾਪੀ ਹੈ। ਅਗਰ ਕੋਈ ਸਵਰਗਦੂਤ ਆ ਕੇ ਵੀ ਤੁਹਾਨੂੰ ਉਹਦੇ ਤੋਂ ਵੱਖਰਾ ਸੁਣਾਵੇ ਤਾਂ ਉਹ ਸ਼ਰਾਪੀ ਹੈ। ਔਰ ਇਸ ਕਰਕੇ ਸ਼ੁਭ ਸਮਾਚਾਰ ਹੈ ਕਿ ਸ਼ੁਭ ਸਮਾਚਾਰ ਦੇ ਵਿੱਚ ਇੱਕ ਚੀਜ਼ ਜ਼ਰੂਰ ਹੈ ਕਿ ਅਸੀਂ ਸਭ ਦੇ ਸਭ ਇੱਕ ਨਾਮ ਦੇ ਨਾਲ ਬਚਾਏ ਜਾਂਦੇ। ਇੱਕੋ ਹੀ ਨਾਮ ਸਾਨੂੰ ਦਿੱਤਾ ਗਿਆ, ਹੋਰ ਕੋਈ ਨਾਮ ਨਹੀਂ ਦਿੱਤਾ ਗਿਆ। ਮੇਰੇ ਨਾਲ ਚੇਲਿਆਂ ਦੇ ਕਿਤਾਬ ਉਸਦਾ ਚੌਥਾ ਭਾਵ 1 ਤੋਂ 12 ਆਇਤ ਪੜਾਂਗੇ। ਪੰਨਾ ਹੈਗਾ 213। ਮੈਂ ਤੁਹਾਨੂੰ ਇੱਕ ਇੱਕ ਆਇਤ ਨਹੀਂ ਪੜਾਉਂਗਾ, ਮੈਂ ਤੁਹਾਨੂੰ ਕੌਨਟੈਕਸਟ ਦੇ ਵਿੱਚ ਪੜਾਂਗੇ ਆਪਾਂ ਸਾਰੇ ਜਾਣੇ। ਉਸਦਾ ਕਾਰਨ ਇਹ ਹੈ ਕਿ ਕੌਨਟੈਕਸਟ ਦੇ ਵਿੱਚ ਜਿਹੜੀ ਚੀਜ਼ ਅਸੀਂ ਪੜ੍ਹਦੇ ਹਾਂ ਉਹ ਦਿਲ ਦੇ ਉੱਤੇ ਛਾ ਜਾਂਦੀ ਹੈ ਔਰ ਉਸ ਨੂੰ ਮੁੜ ਕੇ ਲੱਭਣਾ ਬਹੁਤ ਸੌਖਾ ਰਹਿੰਦਾ ਦਿਮਾਗ ਦੇ ਲਈ। ਸੋ ਆਓ ਅਸੀਂ ਚੌਥਾ ਭਾਵ 213 ਪੰਨਾ ਆ ਚੇਲਿਆਂ ਦੇ ਕਿਤਾਬ ਔਰ ਉਸਦੀ 1 ਤੋਂ 12 ਆਇਤ ਜਿਸ ਨੂੰ ਮਿਲ ਜਾਏ ਉਹ ਪੜ੍ਹਦੇ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਗੋ ਹੈਡ ਜੀ। ਪਤਰਸ ਅਤੇ ਯਹੂਨਾ ਦੀ ਸਭਾ ਸਾਹਮਣੇ ਪੇਸ਼ੀ। ਪਤਰਸ ਅਤੇ ਯਹੂਨਾ ਅਜੇ ਲੋਕਾਂ ਨਾਲ ਬੋਲ ਹੀ ਰਹੇ ਸਨ ਕਿ ਪੁਰੋਹਿਤ ਮੰਦਰ ਦੀ ਪੁਲਿਸ ਦਾ ਕਪਤਾਨ ਅਤੇ ਸਦੂਕੀ ਉਹਨਾਂ ਕੋਲ ਆਏ। ਉਹ ਬੜੇ ਕ੍ਰੋਧਿਤ ਹੋਣ ਲੱਗੇ ਕਿਉਂਕਿ ਦੋਵੇਂ ਚੇਲੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਅਤੇ ਯਿਸੂ ਦੀ ਉਦਾਹਰਨ ਦੇ ਕੇ ਮੁਰਦਿਆਂ ਦੇ ਫਿਰ ਜੀ ਉੱਠਣ ਬਾਰੇ ਪ੍ਰਚਾਰ ਕਰ ਰਹੇ ਸਨ। ਸੋ ਉਹਨਾਂ ਨੇ ਦੋਹਾਂ ਚੇਲਿਆਂ ਨੂੰ ਫੜਿਆ ਅਤੇ ਹਵਾਲਾਤ ਵਿੱਚ ਅਗਲੇ ਦਿਨ ਤੱਕ ਲਈ ਬੰਦ ਕਰ ਦਿੱਤਾ ਕਿਉਂਕਿ ਤਰਕਾਲਾਂ ਪੈ ਗਈਆਂ ਸਨ। ਪਰ ਬਹੁਤ ਸਾਰੇ ਵਚਨ ਸੁਣਨ ਵਾਲਿਆਂ ਨੇ ਵਿਸ਼ਵਾਸ ਕੀਤਾ ਅਤੇ ਉਹਨਾਂ ਦੀ ਗਿਣਤੀ ਕੋਈ 5000 ਤੱਕ ਸੀ। ਅਗਲੇ ਦਿਨ ਸਵੇਰੇ ਹੀ ਉਹਨਾਂ ਦੇ ਅਧਿਕਾਰੀ, ਬਜ਼ੁਰਗ ਅਤੇ ਧਰਮ ਗ੍ਰੰਥੀ ਯਰੂਸ਼ਲਮ ਵਿੱਚ ਇਕੱਠੇ ਹੋਏ। ਉੱਥੇ ਮਹਾਪੁਰੋਹਿਤ ਹੰਨਾ, ਕਾਇਫਾ, ਯਹੂਨਾ, ਸਿਕੰਦਰ ਅਤੇ ਪੁਰੋਹਿਤ ਘਰਾਣੇ ਦੇ ਸਾਰੇ ਲੋਕ ਹਾਜ਼ਰ ਸਨ। ਫਿਰ ਉਹਨਾਂ ਨੇ ਦੋਹਾਂ ਚੇਲਿਆਂ ਨੂੰ ਵਿਚਕਾਰ ਖੜਾ ਕਰਕੇ ਪੁੱਛਿਆ, ਇਹ ਕੰਮ ਤੁਸੀਂ ਕਿਸ ਅਧਿਕਾਰ ਨਾਲ, ਕਿਸ ਦੇ ਨਾਂ ਤੇ ਕੀਤਾ ਹੈ? ਇਸ ਤੇ ਪਤਰਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਨਾਂ ਨੂੰ ਉੱਤਰ ਦਿੱਤਾ, ਜਨਤਾ ਦੇ ਅਧਿਕਾਰੀਓ ਅਤੇ ਬਜ਼ੁਰਗੋ, ਜੇਕਰ ਅੱਜ ਸਾਡੇ ਤੋਂ ਇੱਕ ਨਿਤਾਣੇ ਆਦਮੀ ਦੇ ਨਾਲ ਕੀਤੇ ਭਲਾਈ ਦੇ ਕੰਮ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਨਰੋਆ ਹੋਇਆ ਹੈ, ਤਾਂ ਤੁਸੀਂ ਸਾਰੇ ਜਾਣੋ ਅਤੇ ਇਸਰਾਇਲ ਦੇ ਸਾਰੇ ਲੋਕੀ ਵੀ ਕਿ ਜਿਸ ਨੂੰ ਤੁਸੀਂ ਸਲੀਬ ਦਿੱਤਾ ਉਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿੰਦਾ ਕੀਤਾ। ਉਸੇ ਨਾਸਰਤ ਨਿਵਾਸੀ ਯਿਸੂ ਮਸੀਹ ਦੇ ਨਾਂ ਤੇ ਇਹ ਆਦਮੀ ਤੁਹਾਡੇ ਸਾਹਮਣੇ ਨਵਾਂ ਨਰੋਇਆ ਖੜਾ ਹੈ। ਇਹੀ ਯਿਸੂ ਉਹ ਪੱਥਰ ਹੈ ਜਿਸ ਨੂੰ ਤੁਸੀਂ ਰਾਜਾ ਨੇ ਨਿਕੰਮਾ ਸਮਝਿਆ, ਪਰ ਉਹੀ ਕੋਨੇ ਦਾ ਪੱਥਰ ਬਣਿਆ। ਕਿਸੇ ਦੂਜੇ ਦੁਆਰਾ ਮੁਕਤੀ ਨਹੀਂ, ਕਿਉਂਕਿ ਆਕਾਸ਼ ਦੇ ਥੱਲੇ ਮਨੁੱਖਾਂ ਨੂੰ ਕੋਈ ਦੂਜਾ ਨਾਂ ਨਹੀਂ ਦਿੱਤਾ ਗਿਆ। ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸੇ ਰਾਹੀਂ ਬਚਾਏ ਜਾਈਏ। ਇਸੇ ਨਾਮ ਦੇ ਰਾਹੀਂ ਬਚਾਇਆ ਜਾਏ। ਕਿਉਂ ਅਸੀਂ ਇਸ ਨੂੰ ਕੰਟੈਕਸਟ ਦੇ ਵਿੱਚ ਪੜ੍ਹਿਆ? ਕਿਉਂ ਅਸੀਂ ਸਿਰਫ ਇੱਕ ਜਾਂ ਦੋ ਆਇਤਾਂ ਨਹੀਂ ਪੜ੍ਹੀਆਂ? ਕਾਰਨ ਇਹ ਆ ਕਿ ਜਿਸ ਵੇਲੇ ਪ੍ਰਭੂ ਯਿਸੂ ਮਸੀਹ ਦੀ ਪੇਸ਼ੀ ਕੀਤੀ ਗਈ ਸੀਗੀ ਮਹਾਪੁਰੋਹਿਤ ਦੇ ਅੱਗੇ, ਤਾਂ ਉੱਥੇ ਇਹੋ ਹੀ ਲੋਕ ਬੈਠੇ ਹੋ ਸੀ, ਇਹੋ ਹੀ ਹੰਨਾ, ਇਹੋ ਹੀ ਕਾਫਾ, ਇਹੋ ਹੀ ਯਹੂਨਾ, ਸਿਕੰਦਰ ਤੇ ਪੁਰੋਹਿਤ ਦੇ ਘਰਾਣੇ ਦੇ ਲੋਕ ਉੱਥੇ ਹਾਜ਼ਰ ਸੀ। ਔਰ ਪਤਰਸ ਨੇ ਇਹਨਾਂ ਤੋਂ ਡਰਦੇ ਨੇ 3 ਵਾਰ ਇਨਕਾਰ ਕੀਤਾ ਸੀ। 3 ਵਾਰ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਕੀਤਾ ਸੀ ਕਿ ਮੈਂ ਇਸ ਬੰਦੇ ਨੂੰ ਨਹੀਂ ਜਾਣਦਾ। ਔਰ ਅਖੀਰ ਦੇ ਵਿੱਚ ਸਹੁੰ ਚੁੱਕ ਕੇ, ਦੀ ਤੀਸਰੀ ਸੀ, ਸਹੁੰ ਚੁੱਕ ਕੇ ਇਨਕਾਰ ਕੀਤਾ ਕਿ ਮੈਨੂੰ ਨਹੀਂ ਪਤਾ ਤੂੰ ਕਿਸ ਬੰਦੇ ਦੀ ਗੱਲ ਕਰਦੀ ਪਈ। ਇੱਕ ਗੁਲਾਮ ਲੜਕੀ ਦੇ ਕੋਲ ਅਖੀਰ ਦੇ ਵਿੱਚ ਝੂਠ ਬੋਲਿਆ ਸੀ, ਇਨਕਾਰ ਕੀਤਾ ਸੀ ਆਪਣੇ ਪ੍ਰਭੂ ਦਾ। ਫਿਰ ਬਾਅਦ ਦੇ ਵਿੱਚ ਜਾ ਕੇ ਫੁੱਟ ਕੇ ਰੋਂਦਾ ਪਿਆ। ਅੱਜ ਉਹੀ ਬੰਦੇ ਇੱਥੇ ਖੜੇ ਆ, ਉਹੀ ਸਿਕੰਦਰ ਆ, ਉਹੀ ਕਾਇਫਾ ਆ, ਉਹੀ ਹੰਨਾ ਆ, ਉਹੀ ਪੁਰੋਹਿਤ ਘਰਾਣੇ ਦੇ ਸਾਰੇ ਲੋਕ ਆ ਤੇ ਉਹੀ ਮਹਾਂਪੁਰੋਹਿਤ।
ਔਰ ਜਿਸ ਲਈ ਪ੍ਰਭੂ ਦਾ ਆਤਮਾ ਉਸ ਨੂੰ ਮਿਲਦਾ ਪਿਆ ਤੇ ਦੇਖੋ ਉਸਦੇ ਗੱਲ ਕਰਨ ਦਾ ਅੰਦਾਜ਼, ਤਰੀਕਾ ਦੇਖੋ। ਉਸਨੇ ਸਾਰਿਆਂ ਨੂੰ ਜਿੱਦਾਂ ਹਰ ਇੱਕ ਬੰਦੇ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਲਿਆ। ਪਹਿਲਾਂ ਬੜੀ ਰਿਸਪੈਕਟ ਦੇ ਨਾਲ ਉਸਨੇ ਸ਼ੁਰੂ ਗੱਲ ਇਹ ਕੀਤੀ ਕਿ ਪਤਰਸ ਨੇ ਆਤਮਾ ਦੇ ਨਾਲ ਭਰਪੂਰ ਹੋ ਕੇ ਕਿਹਾ, ਜਨਤਾ ਦੇ ਅਧਿਕਾਰੀਓ ਅਤੇ ਬਜ਼ੁਰਗੋ, ਜੇਕਰ ਸਾਡੇ ਤੋਂ ਅੱਜ ਇੱਕ ਨਤਾਣੇ ਆਦਮੀ ਦੇ ਨਾਲ ਕੀਤੀ ਭਲਾਈ ਦੇ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਨਰੋਆ ਹੋਇਆ ਹੈ, ਤਾਂ ਤੁਸੀਂ ਸਾਰੇ ਜਾਣੋ ਕਿ ਇਸਰਾਇਲ ਦੇ ਸਾਰੇ ਲੋਕ, ਤੁਸੀਂ ਵੀ ਸਾਰੇ ਜਾਣੋ ਔਰ ਇਸਰਾਇਲ ਦੇ ਵੀ ਸਾਰੇ ਲੋਕੀ, ਕਿ ਉਸ ਨੂੰ ਪਰਮੇਸ਼ਰ ਨੇ ਇਸਰਾਇਲ ਦੇ ਸਾਰੇ ਲੋਕੀ ਵੀ, ਕਿ ਜਿਸ ਨੂੰ ਤੁਸੀਂ ਸਲੀਬ ਦਿੱਤਾ ਉਸ ਨੂੰ ਪਰਮੇਸ਼ਰ ਨੇ ਮੁਰਦਿਆਂ ਦੇ ਵਿੱਚੋਂ ਜ਼ਿੰਦਾ ਕੀਤਾ। ਉਸੇ ਨਾਸਰਤ ਨਿਵਾਸੀ ਯਿਸੂ ਮਸੀਹ ਦੇ ਨਾਂ ਤੇ ਇਹ ਆਦਮੀ ਤੁਹਾਡੇ ਸਾਹਮਣੇ ਨਵਾਂ ਤੇ ਨਰੋਆ ਖੜਾ। ਦੇਖੋ ਕਿਸ ਤਰ੍ਹਾਂ ਉਸਨੇ, ਕਿੰਨੇ ਲਹਿਜ਼ੇ ਦੇ ਨਾਲ ਉਸਨੇ ਇਹ ਗੱਲ ਕੀਤੀ। ਔਰ ਫਿਰ ਉਸਨੇ ਜਿਹੜੀ ਚੀਜ਼, ਮੇਨ ਚੀਜ਼ ਕਹੀ ਆ, ਇਹ ਯਿਸੂ ਉਹ ਪੱਥਰ ਹੈ ਜਿਸ ਨੂੰ ਤੁਸਾਂ ਰਾਜਾਂ ਨੇ ਨਿਕੰਮਾ ਸਮਝਿਆ, ਪਰ ਉਹੀ ਕੋਨੇ ਦਾ ਪੱਥਰ ਬਣਿਆ। ਮੈਂ ਤੁਹਾਨੂੰ ਕਈ ਵਾਰੀ ਕੋਨੇ ਦੇ ਪੱਥਰ ਦੀ ਐਗਜ਼ਾਮਪਲ ਦੇ ਚੁੱਕਾ ਕਿ ਕੋਨੇ ਦਾ ਪੱਥਰ ਕਦੀ ਵੀ ਜਿਹੜਾ ਮਾੜਾ ਪੱਥਰ ਨਹੀਂ ਲਾਇਆ ਜਾਂਦਾ, ਕਿਉਂਕਿ ਉਸਨੇ ਦੋਨੇ ਪਾਸੇ ਦੀ ਕੰਧ ਨੂੰ ਸਹਾਰਾ ਹੁੰਦਾ, ਜੋੜ ਬਣਦਾ ਉਹ। ਔਰ ਇਸੇ ਤਰ੍ਹਾਂ ਪ੍ਰਭੂ ਦਾ ਸਾਡੇ ਨਾਲ ਜਿਹੜਾ ਜੋੜ ਬਣਾਇਆ ਗਿਆ, ਕੋਨੇ ਦੇ ਪੱਥਰ ਦੇ ਨਾਲ ਬਣਾਇਆ ਗਿਆ। ਕਿਸੇ ਦੂਜੇ ਦੇ ਦੁਆਰਾ, ਹੁਣ ਮੇਨ ਆਇਤ ਵਿੱਚ ਆ ਜਾਓ, ਕਿਸੇ ਦੂਜੇ ਦੇ ਦੁਆਰਾ ਮੁਕਤੀ ਨਹੀਂ ਹੈ। ਉਹਨਾਂ ਵਿਚਾਰਿਆਂ ਦਾ ਬੜਾ ਭਰਮ ਸੀ ਅੰਦਰ ਕਿ ਅਸੀਂ ਅਬਰਾਹਮ ਦੀ ਔਲਾਦ, ਉਸ ਨੂੰ ਤੋੜ ਕੇ ਰੱਖ ਦਿੱਤਾ ਉਹਨੇ। ਕਿਸੇ ਦੂਜੇ ਦੇ ਦੁਆਰਾ ਮੁਕਤੀ ਨਹੀਂ ਹੈ, ਕਿਉਂਕਿ ਆਕਾਸ਼ ਦੇ ਥੱਲੇ ਮਨੁੱਖਾਂ ਨੂੰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ। ਸੋ ਬੇਟੇ ਸੋਚਦੇ ਪਏ ਅਬਰਾਹਮ ਦਾ ਨਾਮ ਕਿਉਂ ਨਹੀਂ ਲੈਂਦਾ ਪਿਆ? ਅਸੀਂ ਜਿੱਦਾਂ ਦੇਖਿਆ ਸੀ ਪ੍ਰਭੂ ਦੇ ਵਚਨ ਦੇ ਵਿੱਚ ਕਿ ਜੋ ਕੁਝ ਅਬਰਾਹਮ ਦੇ ਨਾਲ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਹੋ ਗਿਆ ਸੀਗਾ। ਉਹ ਇੱਕ ਉਦਾਹਰਨ ਸੀਗੀ, ਔਰ ਉਹ ਉਦਾਹਰਨ ਅੱਜ ਵੀ ਹੈਗੀ ਹੈ, ਕਿਉਂਕਿ ਪ੍ਰਭੂ ਆਪਣਾ ਵਚਨ ਕਰਕੇ ਕਦੀ ਉਸ ਨੂੰ ਤੋੜਦਾ ਨਹੀਂਗਾ। ਉਸਨੂੰ ਇਹ, ਉਸਦੇ ਨਾਲ ਇਹ ਉਦਾਹਰਨ ਸੀ ਕਿ ਤੇਰੇ ਪਰਿਵਾਰ ਨੂੰ ਇਹ ਜਿਹੜਾ ਸਾਰਾ ਦੇਸ਼ ਆ ਮੈਂ ਦਊਂਗਾ। ਔਰ ਖਾਸ ਕਰਕੇ 1967 ਦੀ ਜਿਹੜੀ ਜੰਗ ਹੋਈ ਹੈ, ਸਾਰੇ ਜਿਹੜੇ ਮੁਸਲਮਾਨ ਕੰਟਰੀ ਸੀ ਆਲੇ ਦੁਆਲੇ ਦੇ, ਉਹਨਾਂ ਨੇ ਰਲ ਕੇ ਇੱਕੋ ਦੇ ਹਮਲਾ ਕੀਤਾ ਸੀ। ਤਾਂ ਇਜ਼ਰਾਈਲ ਦਾ ਜਿਹੜਾ ਸਾਈਜ਼ ਸੀਗਾ, ਉਹ ਕਹਿੰਦੇ ਸੀ ਅਸੀਂ 3 ਘੰਟੇ 'ਚ ਇਜ਼ਰਾਈਲ ਨੂੰ ਖਤਮ ਕਰ ਦੇਣਾ, 7 ਘੰਟੇ 'ਚ ਸੌਰੀ। ਇਜ਼ਰਾਈਲ ਦਾ 6 ਦਿਨਾਂ ਦੇ ਵਿੱਚ, ਉਹਨੂੰ 6 days of war ਕਹਿੰਦੇ ਆ, 6 ਦਿਨਾਂ ਦੇ ਵਿੱਚ ਇਜ਼ਰਾਈਲ ਦਾ ਜਿਹੜਾ ਸਾਈਜ਼ ਸੀਗਾ ਉਹ 3 ਗੁਣਾ ਵੱਧ ਗਿਆ ਸੀ। ਸਾਰੇ ਹਾਰ ਕੇ ਗਏ ਸੀ। ਅੱਜ ਵੀ UN ਨੂੰ ਦੌੜੇ ਫਿਰਦੇ ਆ, ਪੈਲਸਟੀਨ ਦਾ ਇੰਨਾ ਵੱਡਾ ਇਸ਼ੂ ਬੜਾ ਬਣਾਉਂਦੇ ਹੈਗੇ ਆ, ਲੇਕਿਨ ਉਹ ਇਸ ਚੀਜ਼ ਨੂੰ ਭੁੱਲ ਜਾਂਦੇ ਆ ਕਿ ਫਲਸਤੀਨੀ ਲੋਕਾਂ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇੱਥੋਂ ਉੱਠ ਕੇ ਚਲੇ ਜਾਓ, ਅਸੀਂ ਯਹੂਦੀਆਂ ਨੂੰ ਖਤਮ ਕਰਕੇ ਤੇ ਤੁਹਾਨੂੰ ਸਾਰਾ ਦੇਸ਼ ਦੇਵਾਂਗੇ। ਇਹ ਉਹਨਾਂ ਨੇ ਕਿਹਾ ਸੀ, ਤੇ ਹੁਣ ਕਹਿੰਦੇ ਪਏ ਕਿ ਉਹਨਾਂ ਨੂੰ ਮੁੜ ਕੇ ਆਉਣ ਦਿਓ। ਇਹ ਐਡਾ ਵੱਡਾ ਇਸ਼ੂ ਉਹਨਾਂ ਨੇ ਬਣਾਇਆ ਸੀ, ਪਰ ਅੱਜ ਆਪਣੇ ਭੈਣਾਂ ਭਰਾਵਾਂ ਨੂੰ ਸੰਭਾਲਦੇ ਨਹੀਂ ਪਏ। ਇੱਥੋਂ ਜਿਸ ਲਈ ਅਸੀਂ ਇਹ ਦੇਖਦੇ ਪਏ ਹਾਂ, ਕਿਸੇ ਦੂਜੇ ਦੇ ਦੁਆਰਾ ਮੁਕਤੀ ਨਹੀਂ, ਕਿਉਂਕਿ ਆਕਾਸ਼ ਦੇ ਥੱਲੇ ਮਨੁੱਖਾਂ ਨੂੰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ। ਇਸੇ ਲਈ ਜ਼ਰੂਰੀ ਹੈ ਕਿ ਅਸੀਂ ਇਸੇ ਰਾਹੀਂ ਬਚਾਏ ਜਾਈਏ। ਹੁਣ ਦੇਖੋ ਕੀ ਹੁੰਦਾ ਗਾ। ਉਹ ਲੋਕੀ ਪਤਰਸ ਅਤੇ ਯਹੂਨਾ ਦੀ ਦਲੇਰੀ ਨੂੰ ਦੇਖ ਕੇ ਔਰ ਇਹ ਜਾਣ ਕੇ ਕਿ ਉਹ ਅਸਿੱਖਿਅਤ ਅਤੇ ਸਧਾਰਨ ਮਨੁੱਖ ਹਨ, ਹੈਰਾਨ ਰਹਿ ਗਏ। ਪਰ ਪਿੱਛੋਂ ਉਹਨਾਂ ਨੂੰ ਪਛਾਣ ਗਏ ਕਿ ਯਿਸੂ ਦੇ ਨਾਲ ਰਹਿ ਚੁੱਕੇ ਹਨ, ਯਿਸੂ ਦੇ ਨਾਲ ਰਹਿ ਚੁੱਕੇ ਹਨ। We will open this verse later on. ਅੱਜ ਨਹੀਂ, 2 ਦਿਨਾਂ ਤੋਂ ਬਾਅਦ ਇਸ ਵਰਸ ਨੂੰ ਖੋਲੂੰਗਾ, ਐਨ ਖੋਲ ਕੇ ਦੇਖਾਂ ਕਿ ਯਿਸੂ ਦੇ ਨਾਲ ਰਹਿਣ ਦਾ ਕੀ ਮਤਲਬ ਹੈ। ਇਹ ਯਿਸੂ ਦੇ ਨਾਲ ਰਹਿ ਚੁੱਕਾ ਹੈ। ਸੋ ਜਿਹੜੀ ਮੇਨ ਚੀਜ਼ ਜਿਹੜੀ ਇੱਥੇ ਦੇਖਣੀ ਅਸੀਂ ਮੰਗਦੇ ਹਾਂ, ਇੱਕੋ ਹੀ ਨਾਮ ਸਾਨੂੰ ਦਿੱਤਾ ਗਿਆ,
ਸੁਭ ਸਮਾਚਾਰ ਦੇ ਵਿੱਚ ਇੱਕੋ ਹੀ ਨਾਮ, ਯਿਸੂ ਨਾਮ। ਨਾ ਧਰਤੀ ਦੇ ਥੱਲੇ ਨਾ ਸਵਰਗ ਦੇ ਵਿੱਚ ਹੋਰ ਕੋਈ ਨਾਮ ਨਹੀਂ ਜਿਸ ਦੇ ਦੁਆਰਾ ਅਸੀਂ ਬਚਾਏ ਜਾ ਸਕੀਏ। ਦੂਸਰਾ, ਨੰਬਰ 2, ਇੱਕ ਹੀ ਵਿਚੋਲਾ ਸਾਨੂੰ ਦਿੱਤਾ ਗਿਆ। ਇੱਕ ਹੀ ਵਿਚੋਲਾ ਸਾਨੂੰ ਦਿੱਤਾ ਗਿਆ। ਪੰਨਾ ਹੈ 385, ਫਸਟ ਟਿਮੋਥੀ ਚੈਪਟਰ 2, ਪਹਿਲਾ ਤਮੋਥੀਅਸ ਦਾ ਦੂਸਰਾ ਭਾਗ, ਉਸ ਦੀ 1 ਤੋਂ 7 ਆਇਤ, ਔਰ ਪੰਨਾ ਹੈ 385। ਜਿਸ ਨੂੰ ਮਿਲ ਜਾਏ ਉਸ ਨੂੰ ਕਰੇ। ਹਾਂਜੀ ਸੌਰੀ ਹਾਂਜੀ, go ahead। ਕਿਹੜਾ ਸੌਰੀ ਪੜਨਾ? 385 ਪੰਨਾ, ਹਾਂਜੀ ਪਹਿਲਾ ਟਿਮੋਥੀ ਹਾਂਜੀ ਦੂਸਰਾ ਭਾਗ, ਉਸ ਦੀ 1 ਤੋਂ 7। ਗੋ ਹੈ। ਓਕੇ ਜੀ। ਪ੍ਰਾਰਥਨਾ ਸੰਬੰਧੀ ਸਿੱਖਿਆ। ਸਭ ਤੋਂ ਪਹਿਲੀ ਮੇਰੀ ਇਹ ਬੇਨਤੀ ਹੈ ਕਿ ਸਭ ਲੋਕਾਂ ਦੇ ਲਈ ਅਰਦਾਸਾਂ, ਪ੍ਰਾਰਥਨਾਵਾਂ, ਮਿੰਨਤਾਂ ਅਤੇ ਧੰਨਵਾਦ ਕੀਤੇ ਜਾਣ। ਖਾਸ ਕਰਕੇ ਰਾਜਿਆਂ ਅਤੇ ਅਧਿਕਾਰੀਆਂ ਦੇ ਲਈ ਪ੍ਰਾਰਥਨਾਵਾਂ ਕਰੋ ਕਿ ਉਹ ਅਮਨ ਚੈਨ ਵਾਲਾ ਜੀਵਨ ਪਰਮੇਸ਼ਰ ਤੋਂ ਪੂਰੀ ਤਰ੍ਹਾਂ ਨਾਲ ਡਰਦੇ ਹੋਏ ਅਤੇ ਆਦਰ ਨਾਲ ਗੁਜ਼ਾਰਨ। ਇਹ ਭਲਾ ਹੈ ਅਤੇ ਪਰਮੇਸ਼ਰ ਨੂੰ ਵੀ ਪਸੰਦ ਹੈ, ਜੋ ਚਾਹੁੰਦਾ ਹੈ ਕਿ ਸਭ ਮਨੁੱਖ ਬਚਾਏ ਜਾਣ ਅਤੇ ਸੱਤ ਨੂੰ ਵੀ ਜਾਣਨ। ਪਰਮੇਸ਼ਰ ਇੱਕੋ ਹੈ ਅਤੇ ਪਰਮੇਸ਼ਰ ਅਤੇ ਮਨੁੱਖਾਂ ਵਿੱਚ ਵਿਚੋਲਾ ਵੀ ਇੱਕੋ ਮਨੁੱਖ ਹੈ, ਅਰਥਾਤ ਮਸੀਹ ਯਿਸੂ। ਉਸਨੇ ਆਪਣੇ ਆਪ ਨੂੰ ਸਭ ਮਨੁੱਖਾਂ ਦੇ ਛੁਟਕਾਰੇ ਲਈ ਕੁਰਬਾਨ ਕਰ ਦਿੱਤਾ। ਇਸ ਤਰ੍ਹਾਂ ਉਸਨੇ ਠੀਕ ਸਮੇਂ ਪਰਮੇਸ਼ਰ ਦੇ ਪਵਿੱਤਰ ਉਦੇਸ਼ ਦੀ ਗਵਾਹੀ ਦਿੱਤੀ। ਇਸੇ ਦੇ ਲਈ ਹੀ ਮੈਂ ਪ੍ਰਚਾਰਕ ਅਤੇ ਸੰਦੇਸ਼ਵਾਹਕ ਕਰਕੇ ਥਾਪਿਆ ਗਿਆ ਹਾਂ। ਇਹ ਸੱਚ ਹੈ, ਮੈਂ ਝੂਠ ਨਹੀਂ ਬੋਲ ਰਿਹਾ ਹਾਂ ਕਿ ਮੈਂ ਹੋਰਨਾਂ ਕੌਮਾਂ ਨੂੰ ਵੀ ਸੱਚੇ ਵਿਸ਼ਵਾਸ ਬਾਰੇ ਸਿੱਖਿਆ ਦੇਵਾਂ। ਇਹ ਵਿਸ਼ਵਾਸ ਦੇ ਬਾਰੇ ਸਿੱਖਿਆ ਦੇਵਾਂ। ਦੇਖੋ, ਸਾਰੀ ਉਸੇ ਚੀਜ਼ ਦੇ ਆਲੇ ਦੁਆਲੇ ਚੀਜ਼ ਘੁੰਮਦੀ ਪਈ ਹੈ ਕਿ ਮੈਨੂੰ ਪ੍ਰਭੂ ਨੇ ਚੁਣਿਆ, ਉਸਨੇ ਮੈਨੂੰ ਸਾਰੀਆਂ ਕੌਮਾਂ ਦੇ ਰਾਜਿਆਂ ਮਹਾਰਾਜਿਆਂ ਦੇ ਸਾਹਮਣੇ ਜਾ ਕੇ ਖੜਾ ਕਰਨਾ, ਔਰ ਉੱਥੇ ਮੈਂ ਪ੍ਰਭੂ ਦਾ ਪ੍ਰਚਾਰ ਕਰਨਾ। ਉਸਦੀ ਇੱਕੋ ਚੀਜ਼ ਤੇ ਸਾਰੀ ਚੀਜ਼ ਜਿਹੜੀ ਟਿਕੀ ਹੋਈ ਹੈ। ਲੇਕਿਨ ਇੱਥੇ ਜਿਹੜੀ ਅਸੀਂ ਮੇਨ ਚੀਜ਼ ਦੇਖਦੇ ਪਏ ਹਾਂ ਉਹ ਹੈ ਕਿ ਵਿਚੋਲਾ ਜਿਹੜਾ ਗੱਭੇ ਆ ਉਹ ਇੱਕੋ ਹੀ, ਯਿਸੂ ਮਸੀਹ। ਔਰ ਉਹ ਕਿਉਂ? ਉਸ ਦੀ ਕੁਰਬਾਨੀ ਦੇ ਦੁਆਰਾ ਅਸੀਂ ਸਾਰੇ ਬਚਦੇ ਹਾਂ। ਔਰ ਇਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇੱਕੋ ਹੀ ਦਇਆ ਔਰ ਕਿਰਪਾ ਜੋ ਯਿਸੂ ਦੇ ਰਾਹੀਂ ਸਾਨੂੰ ਮਿਲੀ ਹੈ, ਉਹ ਸ਼ੁਭ ਸਮਾਚਾਰ ਆ, ਉਸ ਦੇ ਦੁਆਰਾ ਅਸੀਂ ਬਚਾਏ ਜਾਂਦੇ ਹਾਂ। ਅਫਸੀਆਂ ਦਾ ਦੂਸਰਾ ਭਾਗ 1 ਤੋਂ 10 ਆਇਤ 349 ਪੰਨਾ, ਜਿਸ ਨੂੰ ਮਿਲ ਜਾਏ। ਹਾਂਜੀ ਮੈਂ ਪੜ੍ਹਦੀ ਹਾਂ ਪਾਸਟਰ ਜੀ। Go ahead। ਮੌਤ ਤੋਂ ਜੀਵਨ। ਇੱਕ ਸਮਾਂ ਸੀ ਜਦੋਂ ਤੁਸੀਂ ਆਪਣੇ ਅਪਰਾਧਾਂ ਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੌ। ਉਸ ਸਮੇਂ ਤੁਸੀਂ ਇਸ ਸੰਸਾਰ ਦੇ ਭੈੜੇ ਰਾਹਾਂ ਤੇ ਚੱਲਦੇ ਸੌ ਅਤੇ ਉਸ ਆਤਮਾ ਦੇ ਅਧੀਨ ਸੌ ਜੋ ਆਕਾਸ਼ੀ ਸ਼ਕਤੀਆਂ ਦੀ ਅਧਿਕਾਰੀ ਹੈ। ਇਹੀ ਆਤਮਾ ਇਸ ਵੇਲੇ ਵੀ ਉਹਨਾਂ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਜੋ ਪਰਮੇਸ਼ਰ ਦੀ ਆਗਿਆ ਨਹੀਂ ਮੰਨਦੇ ਹਨ। ਇੱਕ ਸਮਾਂ ਸੀ ਜਦੋਂ ਅਸੀਂ ਵੀ ਉਹਨਾਂ ਦੀ ਤਰ੍ਹਾਂ ਹੀ ਸਾਂ। ਅਸੀਂ ਵੀ ਆਪਣੀਆਂ ਸਰੀਰਕ ਵਾਸ਼ਨਾਵਾਂ ਦੇ ਵਿੱਚ ਫਸੇ ਪਏ ਸਾਂ ਅਤੇ ਆਪਣੇ ਸਰੀਰ ਅਤੇ ਮਨ ਦੀ ਇੱਛਾ ਅਨੁਸਾਰ ਚੱਲਦੇ ਸਾਂ। ਇਸ ਤਰ੍ਹਾਂ ਅਸੀਂ ਵੀ ਦੂਜਿਆਂ ਦੀ ਤਰ੍ਹਾਂ ਪਰਮੇਸ਼ਰ ਦੀ ਦੈਵੀ ਸਜ਼ਾ ਦੇ ਭਾਗੀ ਸਾਂ। ਪਰ ਪਰਮੇਸ਼ਰ ਦੀ ਦਇਆ ਕਿੰਨੀ ਵੱਡੀ ਹੈ ਅਤੇ ਉਸ ਦਾ ਪਿਆਰ ਕਿੰਨਾ ਮਹਾਨ ਹੈ। ਅਸੀਂ ਤਾਂ ਆਪਣੇ ਅਪਰਾਧਾਂ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸਾਂ, ਪਰ ਉਸਨੇ ਸਾਨੂੰ ਮਸੀਹ ਦੀ ਸੰਗਤ ਵਿੱਚ ਫਿਰ ਜਿੰਦਾ ਕਰ ਦਿੱਤਾ ਹੈ। ਪਰਮੇਸ਼ਰ ਦੀ ਕਿਰਪਾ ਦੇ ਸਦਕੇ ਹੀ ਤੁਸੀਂ ਬਚਾਏ ਗਏ ਹੋ। ਮਸੀਹ ਯਿਸੂ ਦੀ ਸੰਗਤ ਕਾਰਨ ਹੀ ਪਰਮੇਸ਼ਰ ਨੇ ਸਾਨੂੰ ਉਸ ਦੇ ਨਾਲ ਜਿੰਦਾ ਕੀਤਾ ਅਤੇ ਉਸ ਦੀ ਸਵਰਗੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ ਹੈ। ਉਸ ਨੇ ਇਹ ਇਸ ਲਈ ਕੀਤਾ ਕਿ ਅੱਗੇ ਆਉਣ ਵਾਲੇ ਸਭ ਯੁਗਾਂ ਦੇ ਲੋਕਾਂ ਅਤੇ ਸਾਡੇ ਉੱਤੇ ਮਸੀਹ ਯਿਸੂ ਦੁਆਰਾ ਹੋਈ ਕਿਰਪਾ ਦੀ ਅਤ ਮਹਾਨਤਾ ਨੂੰ ਪ੍ਰਗਟ ਕਰੇ। ਤੁਸੀਂ ਉਸ ਦੀ ਕਿਰਪਾ ਦੁਆਰਾ ਵਿਸ਼ਵਾਸ ਦੇ ਕਾਰਨ ਬਚਾਏ ਗਏ ਹੋ। ਇਹ ਤੁਹਾਡੇ ਆਪਣੇ ਸਦਕਾ ਨਹੀਂ, ਸਗੋਂ ਪਰਮੇਸ਼ਰ ਦੀ ਦਾਤ ਹੈ। ਇਹ ਕਰਮਾਂ ਦਾ ਨਤੀਜਾ ਨਹੀਂ ਹੈ, ਇਸ ਲਈ ਇਸ ਤੇ ਕਿਸੇ ਤਰ੍ਹਾਂ ਵੀ ਹੰਕਾਰ ਨਹੀਂ ਕੀਤਾ ਜਾ ਸਕਦਾ ਹੈ। ਅਸੀਂ ਪਰਮੇਸ਼ਰ ਦੀ ਰਚਨਾ ਹਾਂ। ਉਸਨੇ ਸਾਨੂੰ ਮਸੀਹ ਯਿਸੂ ਦੇ ਦੁਆਰਾ ਰਚਿਆ ਕਿ ਅਸੀਂ ਭਲੇ ਕੰਮਾਂ ਵਾਲਾ ਜੀਵਨ ਗੁਜ਼ਾਰੀਏ ਜੋ ਉਸਨੇ ਪਹਿਲਾਂ ਹੀ ਸਾਡੇ ਕਰਨ ਲਈ ਠਹਿਰਾਇਆ ਹੈ। ਅਤੇ ਪਹਿਲਾਂ ਹੀ ਕਰਨ ਦੇ ਲਈ ਠਹਿਰਾਇਆ ਹੈ। ਪਰਮੇਸ਼ਰ ਦੀ ਦਇਆ ਔਰ ਕਿਰਪਾ ਜਿਹੜੀ ਯਿਸੂ ਮਸੀਹ ਦੇ ਰਾਹੀਂ ਆਈ। ਮੂਸਾ ਦੇ ਰਾਹੀਂ ਤਾਂ ਸਾਨੂੰ ਵਿਵਸਥਾ ਮਿਲੀ, ਪਰ ਕਿਰਪਾ ਤੇ ਦਇਆ ਔਰ ਸੱਚਾਈ ਇਹ ਯਿਸੂ ਦੇ ਰਾਹੀਂ ਆਈ।
ਅਤੇ ਫਰਕ ਦੇਖੋ, ਉਹ ਬਿਨਯਾਮੀਨ ਕਬੀਲੇ ਦੇ ਵਿੱਚ ਪੈਦਾ ਹੋਇਆ, ਉਹ ਗਮਲੀਅਲ ਦਾ ਸ਼ਾਗਿਰਦ ਆ, ਉਹ ਪੁਰਾਣੇ ਨਿਯਮ ਦੀ ਇੱਕ ਇੱਕ ਆਇਤ ਜਾਣਦਾ, ਲੇਕਿਨ ਉਹ ਕੀ ਕਹਿ ਰਿਹਾ ਕਿ ਮੇਰੇ ਵਿੱਚ, ਸਾਡੇ ਵਿੱਚ ਤੇ ਦੂਜੀਆਂ ਕੌਮਾਂ ਦੇ ਵਿੱਚ ਕੋਈ ਫਰਕ ਨਹੀਂ। ਅਸੀਂ ਸਾਰੇ ਦੇ ਸਾਰੇ ਉਹਨਾਂ ਚੀਜ਼ਾਂ ਦੇ ਵਿੱਚ ਫਸੇ ਹੋ ਸੀ, ਅਸੀਂ ਉਹਨਾਂ ਵਾਸ਼ਨਾਵਾਂ ਦੇ ਵਿੱਚ ਫਸੇ ਹੋ ਸੀ, ਸਰੀਰ ਔਰ ਮਨ ਦੀ ਇੱਛਾ ਦੇ ਅਨੁਸਾਰ ਅਸੀਂ ਚੱਲਦੇ ਸੀ, ਔਰ ਉਸੇ ਹੀ ਨਰਕ ਦੇ ਭਾਗੀ ਸੀ, ਉਸੇ ਹੀ ਸਜ਼ਾ ਦੇ ਭਾਗੀ ਸੀ ਜਿਹੜੀ ਸਜ਼ਾ ਬਾਕੀਆਂ ਦੇ ਲਈ। ਹੁਣ ਉਹ ਜਿਹੜੀ ਕਿਰਪਾ ਜਿਹੜੀ ਪ੍ਰਭੂ ਨੇ ਸਾਡੇ ਤੇ ਕੀਤੀ ਹੈ, ਉਹ ਵੀ ਬਾਕੀਆਂ ਦੇ ਲਈ ਹੈ, ਸਭ ਦੇ ਲਈ। ਔਰ ਉਹ ਕਿਰਪਾ ਦੀ ਦੇਖੋ ਕਿੰਨੀ ਪਿਆਰੀ ਚੀਜ਼ ਹੈ। ਅਸੀਂ ਤਾਂ ਮੋਸਟਲੀ ਇੱਕ ਜਾਂ ਦੋ ਆਇਤਾਂ ਇਹਨਾਂ ਵਿੱਚ ਪੜ੍ਹ ਜਾਂਦੇ ਹਾਂ ਨਾ, ਲੇਕਿਨ ਜਿਸ ਲਈ ਅਸੀਂ ਖੋਲ ਕੇ ਦੇਖਦੇ ਹਾਂ ਤੇ ਦੇਖੋ ਕਿੱਦਾਂ ਸ਼ੁਰੂ ਹੁੰਦਾ। ਚੌਥੀ ਆਇਤ ਦੇ ਵਿੱਚ ਦੇਖੋ, ਫਿਰ ਜਾ ਕੇ 8ਵੀਂ ਤੇ 9ਵੀਂ ਆਇਤ ਸਾਨੂੰ ਪ੍ਰੋਪਰਲੀ ਸਮਝ ਆਉਂਦੀ ਕਿ ਉਹ ਕੀ ਕਹਿ ਰਿਹਾ। ਪਰ ਪਰਮੇਸ਼ਰ ਦੀ ਦਇਆ ਕਿੰਨੀ ਵੱਡੀ ਹੈ, ਉਸਦਾ ਪਿਆਰ ਕਿੰਨਾ ਮਹਾਨ ਹੈ, ਉਸਦੀ ਦਇਆ ਤੇ ਪਿਆਰ ਕਿੰਨਾ ਮਹਾਨ ਹੈ। ਅਸੀਂ ਤਾਂ ਆਪਣੇ ਅਪਰਾਧਾਂ ਦੇ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸਾਂ। ਸੋ ਪ੍ਰਭੂ ਨੇ ਆਦਮ ਔਰ ਹਵਾ ਨੂੰ ਕਿਹਾ ਸੀਗਾ ਕਿ ਅਗਰ ਤੁਸੀਂ ਇਹ ਫਲ ਖਾਓਗੇ, ਇਹ ਨੌਲੇਜ ਵੱਲ ਨੂੰ ਦੌੜੋਗੇ, ਤਾਂ ਤੁਸੀਂ ਮਰ ਜਾਓਗੇ। ਅੱਜ ਸਾਡੇ ਕੋਲ ਕਿੰਨੀ ਨੌਲੇਜ ਹੈ, ਇੰਨੀ ਨੌਲੇਜ ਹੁੰਦਿਆਂ ਹੋਇਆਂ ਵੀ ਸਾਰੀ ਦੁਨੀਆ ਬੇਵਕੂਫਾਂ ਨੂੰ ਦੌੜੀ ਫਿਰਦੀ ਹੈ। ਨੌਲੇਜ ਕਿਸੇ ਵੀ ਇਨਸਾਨ ਨੂੰ ਪਵਿੱਤਰ ਨਹੀਂ ਬਣਾਉਂਦੀ, ਨਾ ਪਵਿੱਤਰ ਕਰਦੀ ਹੈ। ਗਿਆਨ ਨਹੀਂ ਕੁਛ ਵੀ ਕਰਦਾ, ਦਇਆ ਕਰਦੀ, ਰਹਿਮ ਕਰਦਾ। ਅਸੀਂ ਤਾਂ ਆਪਣੇ ਅਪਰਾਧਾਂ ਦੇ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸਾਂ, ਪਰ ਉਸਨੇ ਸਾਨੂੰ ਮਸੀਹ ਦੀ ਸੰਗਤ ਦੇ ਵਿੱਚ ਫਿਰ ਜ਼ਿੰਦਾ ਕਰ ਦਿੱਤਾ ਹੈ। ਪਰਮੇਸ਼ਰ ਦੀ ਕਿਰਪਾ ਦੇ ਸਦਕੇ ਹੀ ਤੁਸੀਂ ਬਚਾਏ ਗਏ ਹੋ। ਮਸੀਹ ਦੀ ਸੰਗਤ ਦੇ ਕਾਰਨ ਹੀ ਪਰਮੇਸ਼ਰ ਨੇ ਸਾਨੂੰ ਉਸ ਦੇ ਨਾਲ ਜ਼ਿੰਦਾ ਕੀਤਾ ਅਤੇ ਉਸ ਦੀ ਸਵਰਗੀ ਮਹਿਮਾ ਦੇ ਹਿੱਸੇਦਾਰ ਬਣਾਇਆ। ਉਸਨੇ ਇਹ ਇਸ ਲਈ ਕੀਤਾ ਕਿ ਅੱਗੇ ਆਉਣ ਵਾਲੇ ਸਭ ਯੁਗਾਂ ਦੇ ਲੋਕਾਂ ਅਤੇ ਸਾਡੇ ਉੱਤੇ ਮਸੀਹ ਯਿਸੂ ਦੇ ਦੁਆਰਾ ਹੋਈ ਕਿਰਪਾ ਦੀ ਅਤ ਮਹਾਨਤਾ ਨੂੰ ਪ੍ਰਗਟ ਕਰੇ। ਫਿਰ ਉਹ ਕਹਿ ਰਿਹਾ, ਤੁਸੀਂ ਉਸ ਕਿਰਪਾ ਦੇ ਦੁਆਰਾ ਵਿਸ਼ਵਾਸ ਦੇ ਕਾਰਨ ਬਚਾਏ ਗਏ ਹੋ। ਇਹ ਤੁਹਾਡੇ ਆਪਣੇ ਸਦਕਾ ਨਹੀਂ, ਸਗੋਂ ਪਰਮੇਸ਼ਰ ਦੀ ਦਾਤ ਹੈ। ਤਾਂ ਫਿਰ ਭਲੇ ਕੰਮ ਇਹ ਕਰਮਾਂ ਦਾ ਨਤੀਜਾ ਨਹੀਂ। ਕਰਮ ਕੀ ਪੈਦਾ ਕਰਦੇ ਇਨਸਾਨ ਦੇ ਅੰਦਰ? ਅਹੰਕਾਰ। ਅਹੰਕਾਰ। ਜਿਹੜਾ ਵੀ ਬੰਦਾ ਕੋਈ ਵੀ ਪਰਮੇਸ਼ਰ ਦੇ ਲਈ ਕੋਈ ਚੀਜ਼ ਕਰ ਰਿਹਾ, ਉਹਦਾ ਅਹੰਕਾਰ ਉਸਨੂੰ ਇੰਨਾ ਹੁੰਦਾ ਕਿ ਦੂਜਿਆਂ ਦੇ ਉੱਤੇ ਉਸਨੂੰ ਥੋਪ ਰਿਹਾ ਹੁੰਦਾ। ਮੈਂ ਆ ਨਹੀਂ ਖਾਂਦਾ, ਮੈਂ ਆ ਨਹੀਂ ਪੀਂਦਾ, ਮੈਂ ਇਸ ਚੀਜ਼ ਨੂੰ ਨਹੀਂ ਛੂੰਦਾ, ਮੈਂ ਇਸ ਰਸਤੇ ਤੇ ਨਹੀਂ ਜਾਂਦਾ। ਪਹਿਲਾਂ ਤੁਹਾਨੂੰ ਇਹ ਚੀਜ਼ ਦੱਸ ਦਿੰਦੇ ਆ ਕਿ ਮੈਂ ਕੀ ਨਹੀਂ ਕਰਦਾ। ਉਸ ਚੋਂ ਅਹੰਕਾਰ ਦੀ ਬਦਬੂ ਆ ਰਹੀ ਹੁੰਦੀ ਹੈ, ਹੋਰ ਕੁਛ ਨਹੀਂ ਹੁੰਦਾ ਉਹਦੇ ਚ। ਇਸ ਕਰਕੇ ਉਹ ਕਹਿ ਰਿਹਾ ਕਿ ਇਹ ਕਰਮਾਂ ਦਾ ਨਤੀਜਾ ਨਹੀਂ ਹੈ, ਇਸ ਲਈ ਤੁਸੀਂ ਇਸ ਤੇ ਕਿਸੇ ਤਰ੍ਹਾਂ ਦਾ ਵੀ ਅਹੰਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਪਰਮੇਸ਼ਵਰ ਦੀ ਰਚਨਾ ਹਾਂ ਅਤੇ ਉਸਨੇ ਸਾਨੂੰ ਮਸੀਹ ਦੇ ਦੁਆਰਾ ਰਚਿਆ ਹੈ ਕਿ ਭਲੇ ਕੰਮਾਂ ਵਾਲਾ ਜੀਵਨ ਗੁਜ਼ਾਰੀਏ, ਜੋ ਉਸਨੇ ਪਹਿਲਾਂ ਹੀ ਸਾਡੇ ਕਰਨ ਦੇ ਲਈ ਠਹਿਰਾਇਆ ਹੈ। ਅਸੀਂ ਉਹ ਗੱਡੀਆਂ ਆ ਜਿਨ੍ਹਾਂ ਨੂੰ ਪ੍ਰਭੂ ਨੇ ਰੀਕਨਸਟਰਕਟ ਕੀਤਾ ਹੈ, ਜਿਹਨਾਂ ਦੇ ਇੰਜਣ ਬਦਲੇ ਮਕੈਨਿਕ ਦੀ ਲੈਂਗੁਏਜ ਦੇ ਵਿੱਚ, ਜਿਨ੍ਹਾਂ ਨੂੰ ਰੈਨੋਵੇਸ਼ਨ ਕੀਤਾ ਉਸਨੇ, ਤਾਂ ਕਿ ਅਸੀਂ ਭਲੇ ਕੰਮ ਕਰੀਏ। ਸਮਾਂ ਹੋ ਗਿਆ, ਬਾਕੀ ਦੀਆਂ 4 ਚੀਜ਼ਾਂ ਕੱਲ ਨੂੰ ਦੇਖਾਂਗੇ, ਔਰ ਉਸ ਦੇ ਵਿੱਚੋਂ ਫਿਰ ਅਸੀਂ ਪੂਰਾ ਜਿਹੜਾ ਸ਼ੁਭ ਸਮਾਚਾਰ ਉਸ ਨੂੰ ਦੇਖ ਕੇ ਫਿਰ ਉਸ ਦੀ ਇੱਕ ਡੈਫੀਨੇਸ਼ਨ ਦੇਖਾਂਗੇ। ਔਰ ਅਗਰ ਕੋਈ ਚੀਜ਼ ਉਸ ਡੈਫੀਨੇਸ਼ਨ ਤੋਂ ਬਾਹਰ ਆ, ਉਸ ਦੇ ਲਈ ਤੁਹਾਨੂੰ ਸਟੱਡੀ ਕਰਨੀ ਜ਼ਰੂਰੀ ਹੈ। ਲੇਕਿਨ ਜਿਹੜੀ ਡੈਫੀਨੇਸ਼ਨ ਇਹਦੇ ਚੋਂ ਮੈਨੂੰ ਪਤਾ ਲੱਗੀ ਹੈ,
ਕੱਲ ਨੂੰ ਅਸੀਂ ਉਸ ਨੂੰ ਦੇਖਾਂਗੇ ਕਿ ਅਗਰ ਤਾਂ ਉਹ ਚੀਜ਼ ਜਿਹੜੀ ਵੀ ਕੋਈ ਨਵੀਂ ਚੀਜ਼ ਕਹਿ ਰਿਹਾ ਤੁਸੀਂ ਸੁਣ ਲਓ, ਪਰ ਅਗਰ ਉਸ ਡੈਫੀਨੇਸ਼ਨ ਦੇ ਵਿੱਚ ਫਿੱਟ ਹੁੰਦੀ ਪਈ ਤਾਂ ਠੀਕ ਆ, ਅਗਰ ਨਹੀਂ ਹੁੰਦੀ ਪਈ ਤਾਂ ਫਿਰ ਕੋਈ ਨਵਾਂ ਗਿਆਨ ਆ ਜਿਹੜਾ ਇਨਸਾਨ ਸਾਨੂੰ ਦੇਣ ਦੀ ਕੋਸ਼ਿਸ਼ ਕਰਦਾ ਪਿਆ, ਔਰ ਉਸ ਦੇ ਲਈ ਉਹਨੂੰ ਪ੍ਰਭੂ ਦੇ ਚਰਨਾਂ 'ਚ ਰੱਖ ਕੇ ਮੱਥਾ ਟੇਕਦੇ। ਕਿਉਂਕਿ ਜਿਹੜੀ ਬਾਈਬਲ ਦੀ ਡੈਫੀਨੇਸ਼ਨ ਆ ਉਹ ਇਹ ਹੈ ਜਿਹੜੀ ਅਸੀਂ ਕੱਲ ਨੂੰ ਦੇਖਾਂਗੇ, ਜਿਸ ਦੇ ਅਸੀਂ 3 ਹਿੱਸੇ ਦੇਖ ਚੁੱਕੇ ਹਾਂ। 4 ਹਿੱਸੇ ਕੱਲ ਨੂੰ ਦੇਖਾਂਗੇ, 7 ਹਿੱਸੇ ਦੇਖਾਂਗੇ, ਔਰ ਫਿਰ ਅਸੀਂ ਉਸ ਦੇ ਵਿੱਚ ਇੱਕ ਡੈਫੀਨੇਸ਼ਨ ਕੱਢਾਂਗੇ। ਲੈਟ ਅਸ ਪ੍ਰੇ। ਆਓ ਦੁਆ ਕਰੀਏ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਸਾਡਾ ਮਹਾਨ ਪਰਮੇਸ਼ਵਰ ਆ, ਦਿਆਲੂ ਕਿਰਪਾਲੂ ਪ੍ਰਭੂ ਜੀ। ਯਿਸੂ ਤੇਰੇ ਨਾਮ ਦੇ ਨਾਲ ਅਸੀਂ ਬਚਾਏ ਜਾਂਦੇ ਹਾਂ। ਤੂੰ ਸਾਡੇ ਵਿੱਚ ਤੇ ਪ੍ਰਭੂ ਜੀ ਘਰ ਦੇ ਵਿੱਚ ਇੱਕ ਵਿਚੋਲਾ ਜੋ ਸਾਨੂੰ ਦਿੱਤਾ ਗਿਆ, ਜੋ ਦਇਆ ਤੇ ਕਿਰਪਾ ਦੇ ਨਾਲ ਭਰ ਕੇ ਆਇਆ, ਔਰ ਜਿਸ ਨੇ ਆਪਣੀ ਜਾਨ ਦੇ ਕੇ ਸਾਨੂੰ ਬਚਾਇਆ। ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਪ੍ਰਭੂ ਜੀ, ਔਰ ਬੜੀ ਨਮਰਤਾ ਦੇ ਨਾਲ ਪ੍ਰਭੂ ਜੀ ਤੇਰੇ ਚਰਨਾਂ 'ਚ ਔਰ ਤੇਰੇ ਨਾਮ ਨੂੰ ਧੰਨ ਕਹਿੰਦੇ ਹਾਂ ਕਿ ਪ੍ਰਭੂ ਜੀ ਜਿਹੜਾ ਕੰਮ ਅਸੀਂ ਨਹੀਂ ਕਰ ਸਕਦੇ ਸੀ ਤੂੰ ਸਾਡੇ ਲਈ ਕੀਤਾ। ਤੇਰਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਕਿ ਤੂੰ ਸਾਡੇ ਨਾਮ ਧਰਤੀ ਦੀਆਂ ਨੀਹਾਂ ਰੱਖਣ ਤੋਂ ਪਹਿਲਾਂ ਆਪਣੀ ਪੋਥੀ ਦੇ ਵਿੱਚ ਲਿਖ ਦਿੱਤੇ ਸੀ, ਜਿਸ ਦੇ ਕਰਕੇ ਅੱਜ ਤੇਰੀ ਹਜ਼ੂਰੀ ਦੇ ਵਿੱਚ ਅਸੀਂ ਬੈਠੇ ਹਾਂ। ਛੋਟਾ ਜਿਹਾ ਜੀਵਨ ਜੋ ਇਸ ਸਮੇਂ ਦੇ ਵਿੱਚ ਸਾਡੇ ਉੱਤੇ ਆਇਆ, ਜੋ ਸਾਨੂੰ ਮੌਕਾ ਮਿਲਿਆ ਇਸ ਧਰਤੀ ਤੇ ਜੀਣ ਦੇ ਲਈ, ਪ੍ਰਭੂ ਜੀ ਉਸ ਦੇ ਵਿੱਚ ਅਸੀਂ ਤੇਰੀ ਹਜ਼ੂਰੀ ਦੇ ਵਿੱਚ ਬੈਠੇ ਹਾਂ। ਔਰ ਜਿਸ ਲਈ ਅਸੀਂ ਪ੍ਰਭੂ ਜੀ ਘਰ ਜਾਵਾਂਗੇ ਤਾਂ ਖੁਦਾਵੰਦ ਤੇਰੀ ਹਜ਼ੂਰੀ ਦੀ ਭਰਪੂਰੀ ਦੇ ਵਿੱਚ ਹੋਵਾਂਗੇ। ਪਿਆਰੇ ਬਾਪ, ਇਸ ਵਕਤ ਅਸੀਂ ਆਪਣੇ ਆਪ ਨੂੰ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ। ਸਾਡੇ ਸੱਤੇ ਪਾਸਿਓਂ ਸੰਭਾਲੇਂਗਾ ਤਾਂ ਪ੍ਰਭੂ ਜੀ ਅਸੀਂ ਤੇਰੇ ਵਿੱਚ ਚੱਲ ਸਕਾਂਗੇ। ਸੋ ਸਾਡੇ ਅੱਗੇ, ਸਾਡੇ ਪਿੱਛੇ, ਸੱਜੇ ਔਰ ਖੱਬੇ ਤੇਰੀ ਰਾਖੀ, ਤੇਰੀ ਦਇਆ, ਤੇਰੀ ਨਿਗਾਹ, ਤੇਰੀ ਕਿਰਪਾ ਪ੍ਰਭੂ ਜੀ ਸਾਡੇ ਨਾਲ ਲੱਗੀ ਹੈ। ਪੈਰਾਂ ਦੇ ਵਿੱਚ ਛੋਟਾ ਰਸਤਾ ਜੋ ਘਰ ਵੱਲ ਨੂੰ ਚੱਲੇ, ਸਵਰਗ ਤੋਂ ਤੇਰੀ ਨਿਗਾਹ ਬਾਣੀ ਔਰ ਪਵਿੱਤਰ ਆਤਮਾ ਦੀ ਭਰਪੂਰੀ ਸਾਡੇ ਅੰਦਰ, ਬਾਪ ਦੀ ਨਿਗਾਹ ਬਾਣੀ, ਬੇਟੇ ਦਾ ਸਾਥ ਔਰ ਪਵਿੱਤਰ ਆਤਮਾ ਦੀ ਭਰਪੂਰੀ ਸਾਡੇ ਨਾਲ ਨਾਲ ਚੱਲੇ। ਪਿਆਰੇ ਬਾਪ, ਮੈਂ ਆਪਣੇ ਆਪ ਨੂੰ ਔਰ ਆਪਣੇ ਭੈਣ ਭਰਾਵਾਂ ਨੂੰ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦਾ। ਮਸੀਹ ਯਿਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਸਾਡੀ ਦੁਆ ਨੂੰ ਸੁਣ ਤੇ ਕਬੂਲ ਕਰ। ਆਮੀਨ। ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇ। ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਕੱਲ ਨੂੰ ਅਗਲਾ ਹਿੱਸਾ ਇਸ ਤਰ੍ਹਾਂ